ਉੱਥੇ ਜਦੋਂ ਘਸੁੰਨ ਮੁੱਕੀਆਂ ਦੇ ਪਈਆਂ ਤੇ ਪੁਲਿਸ ਵਾਲਿਆਂ ਨੇ ਮਨਜੀਤ ਸਿੰਘ ਜਥੇਦਾਰ ਨੂੰ ਬਚਾਇਆ, ਇਹਨਾਂ ਨੂੰ ਪਿੱਛੇ ਹਟਾਇਆ। ਉਸ ਤੋਂ ਬਾਅਦ ਮਨਜੀਤ ਸਿੰਘ ਨੂੰ ਬੋਚ ਕੇ ਉਹਦੀ ਪੱਗ ਲੱਥ ਗਈ ਤੇ ਕੱਪੜੇ ਉਹਦੇ ਬਟਨ ਖੁੱਲ ਗਏ, ਗਲਾਮਾ ਪਾਟ ਗਿਆ ਤੇ ਜਦੋਂ ਬਾਥਰੂਮ 'ਚ ਵੜ ਗਿਆ, ਬਾਥਰੂਮ ਦੀ ਅੰਦਰੋਂ ਕੁੰਡੀ ਲਾ ਲਈ ਤੇ ਇਹਨਾਂ ਨੇ ਬਾਹਰੋਂ ਮੁੱਕੀਆਂ ਮਾਰ ਕੇ, ਲੱਤਾਂ ਮਾਰ ਕੇ ਬਾਥਰੂਮ ਦਾ ਦਰਵਾਜ਼ਾ ਤੋੜਨ ਦਾ ਯਤਨ। ਤਨਖਾਹਾਂ ਕਾਗਜ਼ਾਂ 'ਚ ਦਿੱਤੀਆਂ ਜਾ ਰਹੀਆਂ ਨੇ, ਬਾਕੀ ਪੈਸਾ ਉਹਨਾਂ ਨੂੰ ਥੋੜਾ ਜਿਹਾ ਦੇ ਕੇ ਆਪਣੇ ਹੀ ਬੋਝੇ 'ਚ ਇਲਾਕੇ ਦੇ ਪ੍ਰਬੰਧਕ ਪਾ ਰਹੇ ਨੇ ਜੀ। ਤੇ ਫਿਰ ਕਈ ਵਾਰੀ ਤਾਂ ਕਹਿੰਦਾ ਮੈਨੂੰ ਦੇਖਣ ਨੂੰ ਮਿਲਿਆ ਉਹ ਜਿਹੜੇ ਪ੍ਰੋਫੈਸਰ ਰੱਖੇ ਨੇ, ਪ੍ਰੋਫੈਸਰ ਹੋਣ ਦੀ ਉਹਨਾਂ ਦੀ ਯੋਗਤਾ ਹੀ ਨਹੀਂ ਹੈ। ਪੇਜ ਅਸੀਂ ਉਹਦੀ ਸਫਾਈ ਕਰਾਂਗੇ। ਤੇ ਜਦੋਂ ਉਹ ਬੰਦਿਆਂ ਨੇ ਆ ਕੇ ਪਹੁੰਚ ਕੀਤੀ, ਪਰ ਉਦੋਂ ਪਹਿਲਾਂ ਅਖਬਾਰਾਂ 'ਚ ਰੌਲਾ ਪੈ ਗਿਆ ਵੀ ਕੇਵਲ ਸਫਾਈ ਦਾ 32 ਲੱਖ ਰੁਪਈਆ, ਇਹ ਤੇ ਪਾਗਲਪਣ ਤੋਂ ਬਿਨਾਂ ਹੋਰ ਕੀ ਹੈ। ਜਦੋਂ ਅਖਬਾਰਾਂ 'ਚ ਰੌਲਾ ਪਿਆ, ਉਹਨਾਂ ਨੇ ਟੈਂਡਰ ਰੱਦ ਕਰ ਦਿੱਤਾ, ਦੁਬਾਰਾ ਟੈਂਡਰ ਛਪਾਇਆ, ਕਿਸੇ ਹੋਰ ਕੰਪਨੀ ਨੇ ਉਹਨੂੰ 16 ਲੱਖ ਦੇ ਵਿੱਚ ਫਿਰ ਦੁਬਾਰਾ ਐਲਾਨ ਕਰ ਦਿੱਤਾ ਵੀ ਅਸੀਂ 16 ਲੱਖ 'ਚ ਕਰ ਸਾਰਾ ਕੁਝ। ਇੱਥੇ ਇੱਕ ਟਰੱਕ ਜਿਹੜਾ ਕਿ 50 ਲੱਖ ਦਾ 60 ਲੱਖ ਦਾ ਆਉਂਦਾ, ਇਹ ਟਰੱਕ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਰਜਿਸਟਰਾਂ ਦੇ ਵਿੱਚ ਟਰੰਕ ਲਿਖ ਕੇ ਦਰਜ ਕਰ ਲਿਆ। ਤਨਖਾਹ ਵਾਲੇ ਜਿਹੜੇ ਮੁਲਾਜ਼ਮ ਸੀ ਉਹ ਚੋਂ ਤਾਂ ਹੁੰਦੀਆਂ ਸੀ, ਬਿਲਡਿੰਗਾਂ ਬਣਾਉਣ ਚੋਂ ਤਾਂ ਹੁੰਦੀਆਂ ਸੀ, ਤੇ ਇਸੇ ਤਰ੍ਹਾਂ ਦੇਸ਼ ਵਿਦੇਸ਼ ਦੇ ਵਿੱਚੋਂ ਜਿਹੜਾ ਪੈਸਾ ਆਉਂਦਾ ਸੀ ਉਹ ਤਾਂ ਖੁਰਦਬੁਰ ਹੁੰਦਾ ਸੀ। ਹੁਣ ਤਾਂ ਇਹ ਬਚੇ ਹੋਏ ਟੁੱਕੜ ਜਿਹਨੂੰ ਆਪਾਂ ਝੂਠ ਕਹਿੰਦੇ ਆ, ਹੁਣ ਤਾਂ ਇਹ ਝੂਠ ਵੀ ਖਾ ਗਏ ਨੇ। 1 ਕਰੋੜ ਰੁਪਏ ਤੋਂ ਵੱਧ ਇਹ ਝੂਠ ਦੇ ਵਿੱਚੋਂ ਵੀ ਹੇਰਾ ਫੇਰੀ ਇਹਨਾਂ ਦੀ ਜੱਗ ਜ਼ਾਹਰ ਹੋ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਬੇਅੰਤ ਸਿੰਘ। ਅੱਜ ਗੱਲਬਾਤ ਕਰਾਂਗੇ ਬਹੁਤ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੇ ਨਾਲ। ਮਸਲਾ ਇੱਕ ਬੜਾ ਗੰਭੀਰ ਹੈ, ਜਿੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਗੱਲਬਾਤ ਕਰਦੇ ਹਾਂ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੇੜਾ ਗਰਕ ਕਰਨ ਵਾਲੇ ਇੱਕ ਧਿਰ, ਇੱਕ ਪਰਿਵਾਰ, ਜਿਨ੍ਹਾਂ ਨੇ ਹੁਣ ਤੱਕ ਆਪਣੇ ਨਿੱਜੀ ਮਫਾਦਾਂ ਦੇ ਲਈ ਸਾਡੀ ਜਿਹੜੀ ਇੱਕ ਸਿਰਮੌਰ ਜਥੇਬੰਦੀ ਹੈ ਜਿੱਤੇ ਸਿੱਖ ਕੌਮ ਮਾਣ ਕਰਦੀ ਸੀ, ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਬੜੇ ਖੂਨ ਡੋਲ ਕੇ, ਬੜੀਆਂ ਸ਼ਹਾਦਤਾਂ ਦੇ ਕੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਆਉਂਦਾ। ਪਰ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਿਰ ਦੀ ਇੱਕ ਪ੍ਰਾਈਵੇਟ ਕੰਪਨੀ ਬਣਦੀ ਜਾ ਰਹੀ ਹੈ। ਅੱਜ ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਨ ਦੇਵਾਂਗੇ। ਪਿਛਲੇ ਦਿਨੀ ਜਥੇਦਾਰ ਜਦੋਂ ਚੇਂਜ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ, ਤੇ ਬਹੁਤ ਰੌਲਾ ਪਿਆ। ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਥੇਦਾਰ ਬਾਦਲਾਂ ਦੇ ਜੇਬ ਵਿੱਚੋਂ ਨਿਕਲਦਾ ਹੈ, ਬਾਦਲਾਂ ਦੇ ਲਿਫਾਫੇ ਵਿੱਚੋਂ ਨਿਕਲਦਾ। ਪਰ ਇੱਕ ਐਸੀ ਮਿਸਾਲ ਜੋ ਅੱਖੀ ਦੇਖੀ ਹੈ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਉਹਨਾਂ ਦੀ ਜ਼ਬਾਨੀ ਤੁਹਾਨੂੰ ਦੱਸਣਾ ਚਾਹਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਪ੍ਰੋਫੈਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਲੰਮਾ ਸਮਾਂ ਲਿਖਿਆ ਵੀ ਔਰ ਅੱਜ ਵੀ ਉਸੇ ਤਰ੍ਹਾਂ ਜਿਹੜਾ ਸੰਘਰਸ਼ ਕਰ ਰਹੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਤੁਹਾਨੂੰ ਇਹਦੇ ਵਿੱਚ ਬਤੌਰ ਪੀਏ ਜਿਹੜੀ ਡਿਊਟੀ ਵੀ ਕਰਨੀ ਪਈ, ਪ੍ਰੋਫੈਸਰ ਮਨਜੀਤ ਸਿੰਘ ਦੇ ਪੀਏ ਵੀ ਰਹੇ ਹੋ। ਜਿਹੜੀ ਤੁਸੀਂ ਘਟਨਾ ਆਪਣੇ ਅੱਖੀ ਵੇਖੀ, ਉਹ ਘਟਨਾ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। ਮੈਂ ਤਾਂ ਜੀ ਇਹਨਾਂ ਦਾ ਇੰਨਾ ਕੁਝ ਦੇਖ ਚੁੱਕਿਆ ਹੋਇਆ, ਸਾਰਾ ਕੁਝ ਤਾਂ ਬਿਆਨ ਕਰਨਾ ਵੀ ਸੰਭਵ ਨਹੀਂ ਹੈ। ਕਈ ਕਿਤਾਬਾਂ ਭਰ ਜਾਣਗੀਆਂ। ਜੇ ਤੁਸੀਂ ਸਟੱਡੀ ਆਪ ਥੋੜਾ ਬਹੁਤਾ ਵੀ ਕਰਨਾ ਚਾਹੋ, ਤੁਹਾਨੂੰ ਮੈਂ ਕੁਝ ਹਵਾਲੇ ਦੇਣ ਲੱਗਿਆ। ਇੱਕ ਕੁਲਵੰਤ ਸਿੰਘ ਨਾਮ ਦੇ ਵੀਰ ਦੀ ਕਿਤਾਬ ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ, ਉਹਨਾਂ ਨੇ ਲਗਭਗ 2000 ਸੰਨ ਦੇ ਵਿੱਚ ਲਿਖੀ ਸੀ। ਉਦੋਂ ਹਾਲਾਂਕਿ ਸਮਾਂ ਬਹੁਤ ਜ਼ਿਆਦਾ ਸਾਜ਼ਗਾਰ ਨਹੀਂ ਸੀ, ਉਹਨਾਂ ਨੇ ਡਰ ਕੇ ਲਿਖੀ ਹੈ। ਪਰ ਸ਼੍ਰੋਮਣੀ ਕਮੇਟੀ ਦਾ ਸਕੱਤਰ ਰਹਿਣ ਦੇ ਕਾਰਨ ਉਹਨੂੰ ਅੰਦਰ ਦੇ ਭੇਦ ਸੀ। ਉਹ ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ ਕਿਤਾਬ ਸਾਰੀ ਇਹਨਾਂ ਮੰਦੀਆਂ ਕਰਤੂਤਾਂ ਨਾਲ ਹੀ ਭਰੀ ਪਈ ਹੈ, ਤੁਹਾਨੂੰ ਪੜ੍ਹ ਲੈਣੀ ਚਾਹੀਦੀ ਹੈ ਜੀ। ਉਸ ਤੋਂ ਬਾਅਦ ਕਿਤਾਬ ਲਿਖੀ ਹਰਦੀਪ ਸਿੰਘ ਡਿਵਡਾਵਾ ਜੀ ਨੇ ਜੀ। ਉਹਨਾਂ ਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਅਤੇ ਸਾਕਾ ਨੀਲਾ ਤਾਰਾ, ਇਹ 2 ਕਿਤਾਬਾਂ ਉਹਨੇ ਜਿਹੜੀਆਂ ਲਿਖੀਆਂ ਨੇ, ਉਹਨੇ ਵੀ ਅੰਦਰ ਦੇ ਭੇਦ ਸਾਰੇ ਪ੍ਰਗਟ ਕੀਤੇ ਨੇ। ਇੱਥੋਂ ਤੱਕ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਕਿਵੇਂ ਬਾਹਰੋਂ 1984 ਤੋਂ ਬਾਅਦ ਦੇ ਵਿੱਚ ਅਤੇ 84 ਦੇ ਵਿੱਚ ਕਿਵੇਂ ਨੌਜਵਾਨ ਲੜਕੀਆਂ ਪ੍ਰਕਰਮਾਂ 'ਚ ਲਿਆਂਦੀਆਂ ਜਾਂਦੀਆਂ ਸੀ, ਉਹਨਾਂ ਨਾਲ ਮੰਦਾ ਗੰਦਾ ਵਿਹਾਰ, ਜਿਹਨੂੰ ਕਿ ਆਪਾਂ ਬਲਾਤਕਾਰ ਕਹਿੰਦੇ ਆ, ਉਹ ਭੈੜੇ ਸਲੂਕ ਕੀਤੇ ਜਾਂਦੇ ਸੀ। ਜੇ ਕੋਈ ਮੂਹਰੋਂ ਜ਼ਬਾਨ ਖੋਲਦੀ ਸੀ, ਉਹਨੂੰ ਮਾਰ ਕੇ ਉੱਥੇ ਗਟਰਾਂ ਦੇ ਵਿੱਚ, ਦਰਬਾਰ ਸਾਹਿਬ ਦੇ ਅੰਦਰ ਹੀ ਗਟਰਾਂ ਸੁੱਟ ਦਿੱਤੀਆਂ ਜਾਂਦੀਆਂ ਸੀ। ਇਹ ਸਾਰਾ ਕੁਝ ਹਰਦੀਪ ਸਿੰਘ ਡਿਵਡੇਵਾ ਨੇ ਵੀ ਬਿਆਨ ਕੀਤਾ ਹੋਇਆ। ਉਹ ਕਿਤਾਬਾਂ ਵੀ ਉਹਦੀਆਂ ਪੜ੍ਹ ਲਿਓ। ਉਸ ਤੋਂ ਬਾਅਦ ਜਿਹੜੀ ਹੈ ਇੱਕ ਕਿਤਾਬ ਭਾਈ ਹਰਚਰਨ ਸਿੰਘ ਦੀ
ਜਿਹੜਾ ਸ਼੍ਰੋਮਣੀ ਕਮੇਟੀ ਦਾ ਸਕੱਤਰ ਰਿਹਾ। ਜੀ ਉਹ ਹੈ ਕਿਤਾਬ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੀ ਅੰਦਰ ਦੀ ਹਾਲਤ, ਕੁਝ ਇਸ ਤਰ੍ਹਾਂ ਦਾ ਨਾਮ ਹੈ। ਉਹਨੂੰ ਬਹੁਤ ਵੱਡੇ ਅਹੁਦੇ ਤੋਂ ਸ਼੍ਰੋਮਣੀ ਕਮੇਟੀ ਨੇ ਲਿਆ ਕੇ ਆਪਣਾ ਕੰਮ ਚਲਾਉਣ ਵਾਸਤੇ ਉਹਨੂੰ ਨਿਯੁਕਤ ਕੀਤਾ, ਹਰਚਰਨ ਸਿੰਘ ਨੂੰ। ਪਰ ਉਹ ਇੰਨਾ ਅੰਦਰ ਦੇ ਹਾਲਾਤ ਵੇਖ ਕੇ ਡਾਵਾਂਡੋਲ ਹੋ ਗਿਆ, ਉਹ ਤੋਂ ਰਹਿ ਨਾ ਹੋਇਆ। ਉਹਨੇ ਸੁਝਾਅ ਦਿੱਤੇ, ਪ੍ਰਧਾਨਾਂ ਨੂੰ ਸਮਝਾਇਆ ਵੀ ਪੈਸਾ ਕੌਮ ਦਾ ਇਦਾਂ ਬਰਬਾਦ ਨਾ ਕਰੋ, ਤੁਸੀਂ ਆਪਣੀ ਕੌਮ ਦੇ ਬੇੜੀਆਂ 'ਚ ਬੱਟੇ ਨਾ ਪਾਓ, ਇਹ ਬਹੁਤ ਗਲਤ ਕਰ ਰਹੇ ਹੋ, ਇੰਨੀਆਂ ਵੱਡੀਆਂ ਰਕਮਾਂ ਤੁਸੀਂ ਇਸ ਤਰ੍ਹਾਂ ਉਜਾੜ ਰਹੇ ਹੋ ਜੀ। ਤੇ ਮੈਂ ਤੁਹਾਡੇ ਸਾਹਮਣੇ ਕੇਵਲ ਇੱਕ ਉਦਾਹਰਣ ਰੱਖਾਂਗਾ, ਜਿਹੜੀਆਂ ਉਹਨੇ ਹੋਈਆਂ ਬਹੁਤ ਉਦਾਹਰਣਾਂ ਦਿੱਤੀਆਂ ਨੇ ਜੀ। ਤੇ ਉਹ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਇਸ਼ਤਿਹਾਰ ਛਪਿਆ ਅਖਬਾਰਾਂ ਦੇ ਵਿੱਚ ਕਿ ਦਰਬਾਰ ਸਾਹਿਬ ਦਾ ਜਿਹੜਾ ਸੋਨਾ ਹੈ ਲੱਗਿਆ ਹੋਇਆ ਉਹ ਪੀਲਾ ਜਿਹਾ ਪੈ ਗਿਆ, ਉਨੀ ਚਮਕ ਨਹੀਂ ਰਹੀ। ਉਹਨੂੰ ਸਾਫ਼ ਕਰਨ ਵਾਸਤੇ ਕਿਸੇ ਜਥੇਬੰਦੀ ਨੂੰ, ਕਿਸੇ ਗਰੁੱਪ ਨੂੰ ਉਹ ਠੇਕਾ ਦਿੱਤਾ ਜਾਵੇ ਜੀ। ਠੇਕਾ ਅਖਬਾਰ ਛਪ ਗਿਆ, 32 ਕਰੋੜ ਰੁਪਏ ਦਾ ਠੇਕਾ ਛਪ ਗਿਆ, 32 ਲੱਖ ਰੁਪਈਆ ਉਹ ਅਖਬਾਰ ਛਪ ਗਿਆ ਵੀ 32 ਲੱਖ ਰੁਪਏ 'ਚ ਅਸੀਂ ਉਹਦੀ ਸਫਾਈ ਕਰਾਂਗੇ। ਤੇ ਜਦੋਂ ਉਹ ਬੰਦਿਆਂ ਨੇ ਆ ਕੇ ਪਹੁੰਚ ਕੀਤੀ, ਪਰ ਉਦੋਂ ਪਹਿਲਾਂ ਅਖਬਾਰਾਂ 'ਚ ਰੌਲਾ ਪੈ ਗਿਆ ਵੀ ਕੇਵਲ ਸਫਾਈ ਦਾ 32 ਲੱਖ ਰੁਪਈਆ, ਇਹ ਤੇ ਪਾਗਲਪਣ ਤੋਂ ਬਿਨਾਂ ਹੋਰ ਕੀ ਹੈ। ਜਦੋਂ ਅਖਬਾਰਾਂ 'ਚ ਰੌਲਾ ਪਿਆ, ਉਹਨਾਂ ਨੇ ਟੈਂਡਰ ਰੱਦ ਕਰ ਦਿੱਤਾ, ਦੁਬਾਰਾ ਟੈਂਡਰ ਛਪਾਇਆ, ਕਿਸੇ ਹੋਰ ਕੰਪਨੀ ਨੇ ਉਹਨੂੰ 16 ਲੱਖ ਦੇ ਵਿੱਚ ਫਿਰ ਦੁਬਾਰਾ ਐਲਾਨ ਕਰ ਦਿੱਤਾ ਵੀ ਅਸੀਂ 16 ਲੱਖ 'ਚ ਕਰਾਂਗੇ। ਤੇ ਉਹ ਵੀ ਅਖਬਾਰਾਂ 'ਚ ਸਾਰੀ ਗੱਲ ਆ ਗਈ, ਰੌਲਾ ਪੈ ਗਿਆ। ਇਹਨੇ ਨੂੰ ਇੰਗਲੈਂਡ ਤੋਂ ਇੱਕ ਸਿੱਖਾਂ ਦਾ ਗਰੁੱਪ ਉਹਨੇ ਪਹੁੰਚ ਕੀਤੀ, ਅੰਮ੍ਰਿਤਸਰ ਆ ਗਿਆ। ਉਹ ਕਹਿਣ ਲੱਗਿਆ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ, ਕਹਿਣ ਲੱਗਿਆ ਅਸੀਂ ਫਰੀ ਦੇ ਵਿੱਚ ਸਾਰਾ ਕੰਮ ਕਰ ਦਿਆਂਗੇ ਤੇ ਪੈਸੇ ਨਹੀਂ ਲੱਗਿਆ ਕਰਦੇ, ਸਾਫ਼ ਸਫਾਈ ਕਰਨ ਵਾਲਾ ਕੰਮ ਹੈ, ਸਾਨੂੰ ਰਹਿਣ ਵਾਸਤੇ ਕਮਰੇ ਦੇ ਦਿਓ ਤੇ ਲੰਗਰ ਦੇ ਦਿਓ, ਥੋੜਾ ਬਹੁਤਾ ਸਮਾਨ ਜਿਹੜਾ 5-7 ਹਜ਼ਾਰ ਦਾ ਲੱਗੂਗਾ ਅਸੀਂ ਆਪਣੇ ਕੋਲੋਂ ਵੀ ਲਾਉਣ ਨੂੰ ਤਿਆਰ ਆ, ਇਹ ਤੇ 15-16 ਲੱਖ ਰੁਪਈਆ ਇਹਨਾਂ ਕੰਮਾਂ ਤੇ ਨਹੀਂ ਲੱਗਦਾ, ਨਾ ਲਾਓ, ਸੰਗਤ ਦਾ ਪੈਸਾ ਨਹੀਂ, ਸੰਗਤ ਦਾ ਪੈਸਾ ਬਰਬਾਦ ਨਾ ਕਰੋ ਜੀ। ਤੇ ਸ਼੍ਰੋਮਣੀ ਕਮੇਟੀ ਨੂੰ ਉਹ ਰੱਦ ਕਰਨਾ ਪਿਆ। ਉਹ ਇੰਗਲੈਂਡ ਤੋਂ ਆਇਆ ਜਥਾ ਫਰੀ ਦੇ ਵਿੱਚ ਸਾਰੇ ਸੋਨੇ ਨੂੰ ਚਮਕਾਉਣ ਦੀ, ਸਾਫ਼ ਕਰਨ ਦੀ ਸੇਵਾ ਕਰਕੇ ਚਲਾ ਗਿਆ। ਨਹੀਂ ਤੇ 32 ਲੱਖ ਰੁਪਈਆ ਉੱਥੇ ਵੀ ਇਹਨਾਂ ਨੇ ਉਜਾੜਨਾ ਸੀ। ਕਿਵੇਂ ਉਜਾੜਨਾ ਸੀ? ਕੇਵਲ ਕਾਗਜ਼ਾਂ 'ਚ ਇਹ ਪੈਸਾ ਖਰਚ ਦਿਖਾਉਣਾ ਸੀ, ਐਕਚੁਅਲ ਖਰਚ ਨਹੀਂ ਸੀ ਹੋਣਾ ਜੀ। ਤੋਂ ਇਸ ਤਰ੍ਹਾਂ ਬੜੇ ਕੰਮ ਹੋਏ ਨੇ। ਹਰਚਰਨ ਸਿੰਘ ਨੇ ਅਖੀਰ 'ਚ ਇੱਥੋਂ ਤੱਕ ਵੀ ਲਿਖਿਆ ਆਪਣੀ ਕਿਤਾਬ ਦੇ ਵਿੱਚ, ਕਹਿੰਦਾ ਜਿਹੜਿਆਂ ਥਾਵਾਂ ਤੇ ਕਾਲਜਾਂ 'ਚ ਪ੍ਰੋਫੈਸਰਾਂ ਦੀ ਜ਼ਰੂਰਤ ਨਹੀਂ ਹੈ ਉੱਥੇ ਵਾਧੂ ਪ੍ਰੋਫੈਸਰ ਰੱਖੇ ਹੋਏ ਨੇ ਤੇ ਉਹਨਾਂ ਨੂੰ ਵੱਡੀਆਂ ਤਨਖਾਹਾਂ ਦਿੱਤੀਆਂ ਗਈਆਂ ਨੇ। ਪਰ ਕਹਿੰਦਾ ਤਨਖਾਹਾਂ ਕਾਗਜ਼ਾਂ 'ਚ ਦਿੱਤੀਆਂ ਜਾ ਰਹੀਆਂ ਨੇ, ਬਾਕੀ ਪੈਸਾ ਉਹਨਾਂ ਨੂੰ ਥੋੜਾ ਜਿਹਾ ਦੇ ਕੇ ਆਪਣੇ ਹੀ ਬੋਝੇ 'ਚ ਇਲਾਕੇ ਦੇ ਪ੍ਰਬੰਧਕ ਪਾ ਰਹੇ ਨੇ ਜੀ। ਤੇ ਫਿਰ ਕਈ ਵਾਰੀ ਤਾਂ ਕਹਿੰਦਾ ਮੈਨੂੰ ਦੇਖਣ ਨੂੰ ਮਿਲਿਆ ਉਹ ਜਿਹੜੇ ਪ੍ਰੋਫੈਸਰ ਰੱਖੇ ਨੇ, ਪ੍ਰੋਫੈਸਰ ਹੋਣ ਦੀ ਉਹਨਾਂ ਦੀ ਯੋਗਤਾ ਹੀ ਨਹੀਂ ਹੈ। 10ਵੀਂ 12ਵੀਂ ਪੜ੍ਹੇ ਬੰਦੇ ਪ੍ਰੋਫੈਸਰ ਲਾਏ ਪਏ ਨੇ ਤੇ ਉੱਥੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਬਰਬਾਦ ਕੀਤੀ ਜਾ ਰਹੀ ਹੈ। ਤੇ ਉਹ ਇੱਥੋਂ ਤੱਕ ਜਦੋਂ ਉਹਨੇ ਸਾਰੀਆਂ ਗੱਲਾਂ ਲਿਖਣੀਆਂ, ਨੋਟ ਕਰਨੀਆਂ ਸ਼ੁਰੂ ਕੀਤੀਆਂ ਅਤੇ ਪ੍ਰਬੰਧਕਾਂ ਨੂੰ ਗੱਜ-ਵੱਜ ਕੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਤਾਂ ਤੁਸੀਂ ਬਹੁਤ ਮਾੜਾ ਕਰ ਰਹੇ ਹੋ, ਤੇ ਇਹਨਾਂ ਨੂੰ ਕਹਿਤਾ ਤੈਨੂੰ ਨਹੀਂ ਚੰਗਾ ਲੱਗਦਾ ਤੂੰ ਅਸਤੀਫਾ ਦੇ ਜਾ। ਉਹਨੇ ਅਸਤੀਫਾ ਦੇ ਦਿੱਤਾ ਤੇ ਉਹਨੇ ਫਿਰ ਨਾਲ ਦੀ ਨਾਲ ਲਿਖੇ ਸੀ ਜਿਹੜੇ ਨੋਟ, ਉਹਦੀ ਕਿਤਾਬ ਤਿਆਰ ਕਰਨੀ ਲੱਗ ਪਈ। ਇਹਨਾਂ ਨੇ ਇੰਨਾ ਕੁਝ ਬੋਲਿਆ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇੰਨਾ ਕੁਝ ਉਹਦੇ ਵਿਰੁੱਧ ਬੋਲਿਆ, ਉਹ ਘਬਰਾ ਗਿਆ, ਦੌਰਾ ਪੈ ਕੇ ਮਰ ਗਿਆ। ਜਿਹੜਾ ਗਿਆਨੀ ਜੈਲ ਸਿੰਘ ਦਾ ਇੱਕ ਪੀਏ ਰਿਹਾ, ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਵੀ ਰਿਹਾ, ਮੈਂ ਉਹਦੀ ਵੀਡੀਓ ਟੀਵੀ ਚੈਨਲ ਤੇ ਆਪ ਸੁਣੀ ਵੇਖੀ ਹੈ। ਉਹ ਇੱਥੋਂ ਤੱਕ ਕਿਹਾ ਉਹਨੇ ਹਰਚਰਨ ਸਿੰਘ ਦੇ ਮਰਨ ਤੇ, ਕਹਿੰਦਾ ਹਰਚਰਨ ਸਿੰਘ ਮਰਿਆ ਨਹੀਂ, ਮੈਂ ਇਹਨੂੰ ਕਤਲ ਹੋਇਆ ਆਖਾਂਗਾ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹਰਚਰਨ ਸਿੰਘ ਨੂੰ ਕਤਲ ਕੀਤਾ, ਭਾਵ ਕਿ ਇੰਨਾ ਪਰੇਸ਼ਾਨ ਕੀਤਾ, ਇੰਨਾ ਉਹਦੇ ਤੇ ਤਾਨੇ ਮਿਹਣੇ ਇਲਜ਼ਾਮ ਲਾਏ ਨੇ ਕਿ ਉਹਨੂੰ ਬੰਦੇ ਨੂੰ ਦੌਰਾ ਜਿਹੜਾ ਪਿਆ ਉਹ ਇਹਨਾਂ ਤਾਨਿਆਂ ਦੇ ਕਾਰਨ ਪਿਆ। ਇਹਨੂੰ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਕਤਲ ਗਿਣੂੰਗਾ ਜੀ। ਤਾਂ ਉਹਦੀ ਹੋ ਗਈ ਮੌਤ। ਪਰ ਇੰਨਾ ਸ਼ੁਕਰ ਹੈ ਉਹਨੇ ਆਪਣੀ ਕਿਤਾਬ ਉਹ ਪਹਿਲਾਂ ਛਪਵਾ ਦਿੱਤੀ, ਉਹ ਇਹਦੀ ਹਰਚਰਨ ਸਿੰਘ ਦੀ ਕਿਤਾਬ ਵੀ ਪੜ੍ਹੀ ਜਾ ਸਕਦੀ ਹੈ। ਤੋਂ ਇਸ ਤਰ੍ਹਾਂ ਸਾਰਾ ਕੁਝ ਇੱਥੇ ਇੱਕ ਟਰੱਕ ਜਿਹੜਾ ਕਿ 50 ਲੱਖ ਦਾ 60 ਲੱਖ ਦਾ ਆਉਂਦਾ ਹੈ, ਇਹ ਟਰੱਕ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਰਜਿਸਟਰਾਂ ਦੇ ਵਿੱਚ ਟਰੰਕ ਲਿਖ ਕੇ ਦਰਜ ਕਰ ਲੈਂਦੇ। ਟਰੰਕ ਜੀ, ਪਿਛਲੀ ਵਾਰ ਇਦਾਂ ਹੋਇਆ, ਬਹੁਤ ਕੁਝ ਇਹੋ ਜਿਹਾ ਹੋਇਆ। ਤੇ ਫਿਰ ਆਪਣੇ ਹੁਣ ਤਾਂ ਇਹ ਕਹਿ ਲਈਏ
ਲੰਗਰ ਦੇ ਵਿੱਚੋਂ ਤਾਂ ਹੇਰਾ ਫੇਰੀਆਂ ਬਹੁਤ ਦੇਰ ਦੀਆਂ ਹੁੰਦੀਆਂ ਸੀ, ਗੱਡੀਆਂ ਮੋਟਰਾਂ ਖਰੀਦਣ ਦੇ ਵਿੱਚੋਂ ਤਾਂ ਹੇਰਾ ਫੇਰੀਆਂ ਹੁੰਦੀਆਂ ਸੀ, ਸਕੂਲਾਂ ਕਾਲਜਾਂ ਦੇ ਤਨਖਾਹ ਵਾਲੇ ਜਿਹੜੇ ਮੁਲਾਜ਼ਮ ਸੀ ਉਹ ਚੋਂ ਤਾਂ ਹੁੰਦੀਆਂ ਸੀ, ਬਿਲਡਿੰਗਾਂ ਬਣਾਉਣ ਚੋਂ ਤਾਂ ਹੁੰਦੀਆਂ ਸੀ, ਤੇ ਇਸੇ ਤਰ੍ਹਾਂ ਦੇਸ਼ ਵਿਦੇਸ਼ ਦੇ ਵਿੱਚੋਂ ਜਿਹੜਾ ਪੈਸਾ ਆਉਂਦਾ ਸੀ ਉਹ ਤਾਂ ਖੁਰਦਬੁਰ ਹੁੰਦਾ ਸੀ। ਹੁਣ ਤਾਂ ਇਹ ਬਚੇ ਹੋਏ ਟੁੱਕੜ ਜਿਹਨੂੰ ਆਪਾਂ ਝੂਠ ਕਹਿੰਦੇ ਆ, ਹੁਣ ਤਾਂ ਇਹ ਝੂਠ ਵੀ ਖਾ ਗਏ ਨੇ। 1 ਕਰੋੜ ਰੁਪਏ ਤੋਂ ਵੱਧ ਇਹ ਝੂਠ ਦੇ ਵਿੱਚੋਂ ਵੀ ਹੇਰਾ ਫੇਰੀ ਇਹਨਾਂ ਦੀ ਜੱਗ ਜ਼ਾਹਰ ਹੋ ਗਈ ਹੈ। ਇਦੋਂ ਨੀਵਾਂ ਬੰਦਾ, ਗਿਰਿਆ ਹੋਇਆ ਕਮੀਨਾ ਬੰਦਾ ਹੋਰ ਕੌਣ ਹੋ ਸਕਦਾ ਹੈ? ਆਪ ਹੀ ਅੰਦਾਜ਼ਾ ਹੁਣ ਸੰਗਤਾਂ ਲਾ ਸਕਦੀਆਂ। ਜੀ ਜੀ, ਜਿਹੜਾ ਆਪਣਾ ਪ੍ਰੋਫੈਸਰ ਮਨਜੀਤ ਸਿੰਘ ਬਾਰੇ ਜਿਹੜਾ ਉਹਨਾਂ ਨੂੰ ਲਾਉਣ ਦੀ ਪ੍ਰਕਿਰਿਆ ਸੀ, ਕਿਉਂਕਿ ਇੱਕ ਵਾਰੀ ਪਿਛਲੇ ਦਿਨ ਬਿਆਨ ਵੀ ਆਇਆ ਵੀ ਲਿਆਂਦਾ ਤੇ ਹਾਥੀ ਤੇ ਚਾੜ ਕੇ ਜਦੋਂ ਤੋਰਿਆ ਜਾਂਦਾ ਤੇ ਗਧੇ ਤੇ ਬਿਠਾ ਕੇ ਤੋਰਿਆ ਜਾਂਦਾ, ਕੀ ਇਹ ਗੱਲਾਂ ਸੱਚੀਆਂ ਨੇ? ਬਿਲਕੁਲ ਸੱਚੀਆਂ ਨੇ ਜੀ। ਗੱਲ ਇਹ ਹੋਈ ਕਿ 2002 ਦੇ ਵਿੱਚ ਸਰਦਾਰ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜੀ, ਤੇ ਜਿਵੇਂ ਕਿ ਪਰੰਪਰਾ ਹੈ, ਭਾਰਤ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਦੋਂ ਨਵਾਂ ਕੋਈ ਬਣਦਾ ਉਹ ਮੱਥਾ ਟੇਕਣ ਦਰਬਾਰ ਸਾਹਿਬ ਆਉਂਦਾ ਹੈ। ਇਸੇ ਤਰ੍ਹਾਂ ਵਿਦੇਸ਼ਾਂ ਦੇ ਵੱਡੇ ਛੋਟੇ ਯਾਤਰੂ ਜਿਹੜੇ ਆਉਂਦੇ ਨੇ ਦਰਬਾਰ ਸਾਹਿਬ ਨਮਸਕਾਰ ਕਰਨ ਆਉਂਦੇ ਨੇ, ਤੇ ਸਿੱਖਾਂ ਦੇ ਵਿੱਚੋਂ ਵੀ ਇਹ ਬਹੁ ਗਿਣਤੀ ਜਦੋਂ ਕੋਈ ਅਹੁਦਾ ਮਿਲਦਾ ਤਾਂ ਆਪਣੀ ਧੰਨਵਾਦ ਅਕਾਲ ਪੁਰਖ ਦਾ ਕਰਨ ਵਾਸਤੇ ਉਹ ਦਰਬਾਰ ਸਾਹਿਬ ਚਲੇ ਜਾਂਦੇ ਨੇ। ਤੋਂ ਇਸ ਤਰ੍ਹਾਂ ਅਮਰਿੰਦਰ ਸਿੰਘ ਵੀ ਉੱਥੇ 2002 ਦੇ ਵਿੱਚ ਮੱਥਾ ਟੇਕਣ ਵਾਸਤੇ ਗਿਆ, ਤੇ ਇੱਕ ਪਰੰਪਰਾ ਦੇ ਮੁਤਾਬਕ ਉੱਥੇ ਸਾਰਿਆਂ ਨੂੰ ਵੱਡੇ ਅਹੁਦੇਦਾਰਾਂ ਨੂੰ ਸਰੋਪੇ ਦਿੱਤੇ ਜਾਂਦੇ ਨੇ ਜੀ। ਤੇ ਅਮਰਿੰਦਰ ਸਿੰਘ ਨੂੰ ਬਾਦਲ ਪਾਰਟੀ ਨੇ ਜਥੇਦਾਰ ਮਨਜੀਤ ਸਿੰਘ ਨੂੰ ਕਹਿ ਕੇ ਅਤੇ ਹੋਰਨਾਂ ਜਿਹੜੇ ਉੱਥੇ ਸੇਵਾਦਾਰ ਸੀ ਉਹਨਾਂ ਨੂੰ ਕਹਿ ਕੇ ਅਮਰਿੰਦਰ ਸਿੰਘ ਦਾ ਅਪਮਾਨ ਕਰਨ ਵਾਸਤੇ ਕਿ ਇਹਨੂੰ ਸਰੋਪਾ ਨਹੀਂ ਦੇਣਾ, ਇਹ ਸਰੋਪਾ ਨਹੀਂ ਦੇਵਾਂਗੇ ਤੇ ਇਹਦੀ ਬੇਇੱਜ਼ਤੀ ਹੋਊਗੀ, ਆਪੀ ਲੋਕ ਅਖਬਾਰਾਂ 'ਚ ਆਊਗੀ ਗੱਲ ਵੀ ਇਹ ਤਾਂ ਸਰੋਪਾ ਵੀ ਨਹੀਂ ਦਿੱਤਾ ਗਿਆ। ਤੇ ਇਹਨੂੰ ਉੱਥੇ ਸਰੋਪਾ ਦੇਣ ਤੋਂ ਬਾਦਲ ਪਾਰਟੀ ਦੇ ਬੰਦਿਆਂ ਨੇ ਜਥੇਦਾਰਾਂ ਨੂੰ, ਪ੍ਰਬੰਧਕਾਂ ਨੂੰ, ਉੱਥੋਂ ਦਿਆਂ ਨੂੰ ਉਹ ਰੋਕ ਦਿੱਤਾ। ਉਹ ਮੱਥਾ ਟੇਕ ਕੇ ਵਾਪਸ ਆ ਗਿਆ। ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ, ਕਹਿਣ ਲੱਗਿਆ ਕਿ ਮੈਨੂੰ ਸਰੋਪੇ ਦੀ ਕੋਈ ਗੱਲ ਨਹੀਂ, ਮੈਂ ਤਾਂ ਨਮਸਕਾਰ ਇੱਕ ਸ਼ਰਧਾਲੂ ਸਿੱਖ ਬਣ ਕੇ ਆਇਆ ਸੀ ਤੇ ਮੱਥਾ ਮੈਂ ਟੇਕ ਆਇਆ, ਉਹ ਗੱਲਾਂ ਕਾਹਨੂੰ ਵਧਾਉਣੀਆਂ ਨੇ। ਪਰ ਅੰਦਰ ਖਾਤੇ ਪਰੇਸ਼ਾਨ ਇਹ ਵੀ ਸੀ, ਤਾਂ ਇਹਨੇ ਮਨਜੀਤ ਸਿੰਘ ਪ੍ਰੋਫੈਸਰ ਦੇ ਨਾਲ ਅੰਦਰ ਖਾਤੇ ਆਪਣੇ ਬੰਦਿਆਂ ਦੇ ਰਾਹੀਂ ਸਾਂਝ ਪੈਦਾ ਕੀਤੀ, ਲਿੰਕ ਬਣਾਇਆ, ਤੇ ਉਹ ਉਦੋਂ ਕੇਸਗੜ੍ਹ ਸਾਹਿਬ ਆਨੰਦਪੁਰ ਦਾ ਜਥੇਦਾਰ ਅਜੇ ਹੈਗਾ ਸੀ ਜੀ ਜੀ, ਤਾਂ ਇੱਧਰ ਜਥੇਦਾਰ ਹੋਰ ਲੱਗੇ ਹੋਏ ਸੀ। ਤਾਂ ਉਹਨੇ ਮਨਜੀਤ ਸਿੰਘ ਨੇ ਹਾਂ ਕਰ ਦਿੱਤੀ, ਕਹਿੰਦਾ ਠੀਕ ਹੈ, ਉੱਥੇ ਤਾਂ ਮੇਰੀ ਵਸ ਨਹੀਂ ਚੱਲਦਾ, ਤੁਸੀਂ ਆਨੰਦਪੁਰ ਆ ਜਿਓ, ਉੱਥੇ ਮੈਂ ਤੁਹਾਡਾ ਸਨਮਾਨ ਕਰਾਂਗਾ, ਉੱਥੇ ਸਰੋਪਾ ਦੇਵਾਂਗਾ। ਤੇ ਭਾਈ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਉੱਥੇ ਪਹੁੰਚ ਗਿਆ ਲਾਓ ਲਸ਼ਕਰ ਸਮੇਤ। ਉੱਥੋਂ ਦੇ ਜਥੇਦਾਰ ਮਨਜੀਤ ਸਿੰਘ ਨੇ ਉਹਨੂੰ ਢਾ ਕੇ ਗਲ 'ਚ ਸਰੋਪਾ ਪਾ ਦਿੱਤਾ, ਪਰ ਉਹਨੂੰ ਇੰਨੀ ਲੰਮੀ ਅਕਲ ਉਹਦੀ ਕੰਮ ਨਾ ਕੀਤੀ ਵੀ ਮੈਂ ਅਮਰਿੰਦਰ ਸਿੰਘ ਦੇ ਅਧੀਨ ਨਹੀਂ ਹਾਂ, ਮੈਂ ਬਾਦਲ ਦੇ ਅਧੀਨ ਹਾਂ। ਅਮਰਿੰਦਰ ਸਿੰਘ ਭਾਵੇਂ ਮੁੱਖ ਮੰਤਰੀ ਹੈ, ਪਰ ਇਹਦੀ ਚਾਬੀ ਹੈ ਤੁਹਾਡੀ ਸ਼੍ਰੋਮਣੀ ਕਮੇਟੀ ਦੀ, ਉਹ ਬਾਦਲ ਦੇ ਹੱਥ ਦੇ ਵਿੱਚ ਹੈ। ਚਾਬੀ ਸੱਚੀ ਬਾਦਲਾਂ ਦੇ ਹੱਥ ਵਿੱਚ ਹੈ। ਇਹ ਗੱਲ ਕਿਵੇਂ ਕਲੀਅਰ ਹੋਏਗੀ? ਇਹ ਦੱਸਣ ਲੱਗਿਆ ਹੋਣੀ ਇਹ ਜੀ, ਜਦੋਂ ਉਹਨੇ ਅਮਰਿੰਦਰ ਸਿੰਘ ਨੂੰ ਉੱਥੇ ਕੇਸਗੜ੍ਹ ਸਾਹਿਬ ਗਏ ਨੂੰ ਸਰੋਪਾ ਗਲ 'ਚ ਪਾ ਦਿੱਤਾ, ਤੇ ਉਸੇ ਵਕਤ ਅਗਲੇ ਦਿਨ ਬਾਦਲ ਨੇ ਉਹਨੂੰ ਆਪ ਭਾਵੇਂ ਬਿਆਨ ਨਹੀਂ ਦਿੱਤਾ, ਆਪਣੇ ਬੰਦਿਆਂ ਤੋਂ ਜਥੇਦਾਰ ਮਨਜੀਤ ਸਿੰਘ ਨੂੰ ਉਥੋਂ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਤੋਂ ਕੱਢ ਕੇ ਬਾਹਰ ਮਾਰਿਆ। ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਇਹ ਕੀ ਬਣਿਆ, ਕੋਈ ਗੱਲ ਨਹੀਂ, ਕਹਿੰਦਾ ਮੈਂ ਅਕਾਲ ਪੁਰਖ ਆਪੇ ਦੇਖਦਾ, ਅਕਾਲ ਪੁਰਖ ਆਪੇ ਦੇਖਦਾ, ਉਹ ਏਦਾਂ ਬੋਲਦਾ ਹੁੰਦਾ ਸੀ। ਤੇ ਉਹਨੂੰ ਬਾਦਲ ਦੇ ਵਿਰੋਧੀ ਨੂੰ ਸਰੋਪਾ ਦੇਣਾ ਇਹ ਮਹਿੰਗਾ ਪਿਆ ਕਿ ਆਪਣੀ ਸੀਟ ਤੋਂ, ਆਪਣੀ ਗੱਦੀ ਤੋਂ ਹੱਥ ਧੋਣੇ ਪਏ। ਉਦੋਂ ਪਹਿਲਾਂ ਇਸੇ ਤਰ੍ਹਾਂ ਜਿਹੜਾ ਕੇਸਗੜ੍ਹ ਸਾਹਿਬ ਤੋਂ ਪਹਿਲਾਂ ਉਹ ਜਥੇਦਾਰ ਸੀ ਅਕਾਲ ਤਖਤ ਦਾ, ਇੱਥੇ ਵੀ ਕਾਰਜਕਾਰੀ ਜਥੇਦਾਰ ਸੀ। ਇੱਥੇ ਬਹੁਤਿਆਂ ਨੂੰ ਤਾਂ ਪੱਕੇ ਵੀ ਨਹੀਂ ਕਰਦੇ, ਕਾਰਜਕਾਰੀ ਰੱਖਦੇ ਨੇ, ਜਦੋਂ ਜੀ ਕਰਿਆ ਕੰਨੋਂ ਪਕੜ ਕੇ ਬਿਠਾਤਾ, ਜਦੋਂ ਜੀ ਕਰਿਆ ਕੰਨੋਂ ਫੜ ਕੇ ਲਾਤਾ। ਜਿਹੜਾ ਦਮਦਮੀ ਟਕਸਾਲ ਮਹਿਤੇ ਚੌਂਕ ਵਾਲਿਆਂ ਦਾ ਜਦੋਂ ਇੱਥੇ ਚੱਲ ਰਿਹਾ ਸੀ ਅਕਾਲ ਤਖਤ ਦੀ ਕਾਰ ਸੇਵਾ, 1994 ਦੀ ਗੱਲ ਹੈ ਇਹ, ਉਦੋਂ ਜਥੇਦਾਰ ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਹੈ, ਜਿਹੜਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਐਕਟਿੰਗ ਜਥੇਦਾਰ ਕਹਿੰਦੇ ਨੇ ਜੀ ਜੀ, ਐਕਟਿੰਗ ਜਥੇਦਾਰ ਅਕਾਲ ਤਖਤ ਦਾ ਸੀ ਮਨਜੀਤ ਸਿੰਘ। ਉਦੋਂ ਜਿਹੜਾ ਇਹਨਾਂ ਦਾ ਇੱਕ ਦਮਦਮੀ ਟਕਸਾਲ ਵਾਲਿਆਂ ਦਾ ਉੱਥੇ ਸੇਵਾਦਾਰ ਸੀ, ਅਕਾਲ ਤਖਤ ਦੀ ਕਾਰ ਸੇਵਾ ਚੱਲਦੀ ਸੀ, ਉਹ ਮੇਰੇ ਕੋਲੇ ਆ ਗਿਆ ਮਜ਼ਾਕ ਕਰਦੇ ਹਾਂ, ਮੈਨੂੰ ਕਹਿਣ ਲੱਗਿਆ, ਕਹਿੰਦਾ ਤੁਹਾਡਾ ਜਿਹੜਾ ਜਥੇਦਾਰ ਹੈ ਇਹ ਕਿੰਨਾ ਚਿਰ ਐਕਟਿੰਗ ਕਰੂਗਾ ਹਲੇ, ਭਾਵ ਕਿ ਵੀ ਇਹ ਤਾਂ ਐਕਟਿੰਗ ਜਥੇਦਾਰ ਹੈ। ਹੁਣ ਪਤਾ ਮੈਨੂੰ ਵੀ ਸੀ ਇਹਨਾਂ ਗੱਲਾਂ ਦਾ। ਮੈਂ ਕਿਹਾ ਭਾਈ ਸਾਹਿਬ ਜੀ ਇਹ ਵੀ ਐਕਟਿੰਗ ਕਰੂਗਾ, ਤੇ ਤੁਹਾਡੇ ਵਾਲਾ ਜਿਹੜਾ ਗੂੰਗਾ ਜਥੇਦਾਰ ਹੈ ਨਾ,
ਉਹ 21 ਸਾਲ ਝੂਠ ਬੋਲਣ ਵਾਲਾ, ਉਹ ਜਿੰਨਾ ਚਿਰ ਐਕਟਿੰਗ ਕਰੂਗਾ ਉਹਨਾਂ ਚਿਰ ਇਹ ਕਰੂਗਾ, ਕਿਉਂਕਿ ਉਹ ਵੀ ਐਕਟਿੰਗ ਜਥੇਦਾਰ ਸੀ, ਉਹਨਾਂ ਨੇ ਬਣਾਇਆ ਹੋਇਆ ਆਪਣੇ ਟਕਸਾਲ ਦਾ ਜੀ। ਤੇ ਇਸੇ ਤਰ੍ਹਾਂ ਉਹ ਫਿਰ ਸ਼ਰਮਿੰਦਾ ਜਿਹਾ ਹੋ ਕੇ ਚਲਾ ਗਿਆ। ਇੱਥੇ ਤਾਂ ਕਹਿੰਦੇ ਕਹਾਉਂਦੇ ਸੰਤ ਮਹਾਪੁਰਖ ਬ੍ਰਹਮ ਗਿਆਨੀ ਅਤੇ ਹੋਰ ਜਿਹੜੇ ਨੇ ਬਾਹਰੋਂ ਵਿਖਾਵੇ ਵਾਸਤੇ ਰਾਜਨੀਤਿਕ ਲੋਕ ਉਦੋਂ ਇਹਨਾਂ ਦੇ ਪੈਰੀ ਹੱਥ ਲਾਉਂਦੇ ਨੇ, ਪਰ ਜਦੋਂ ਅੰਦਰ ਵੜ ਕੇ ਇਹਨਾਂ ਦੀ ਮੀਟਿੰਗ ਹੁੰਦੀ ਹੈ ਉਦੋਂ ਇਹਨਾਂ ਦੇ ਛਿੱਤਰ ਪੈਂਦੇ ਮੈਂ ਆਪ ਵੇਖੇ ਨੇ। ਤਾਂ ਉਦੋਂ ਫਿਰ ਮੇਰੇ ਵਰਗੇ ਨੂੰ ਜਿਹੜਾ ਕਿ ਲਿਖਦਾ ਜਾਂ ਬੋਲਦਾ ਉਹਨੂੰ ਆਮ ਤੌਰ ਤੇ ਅੰਦਰ ਨਹੀਂ ਦਾਖਲ ਹੋਣ ਦਿੰਦੇ। ਮੈਂ ਫਿਰ ਬਿਰਲਾਂ ਦੇ ਵਿੱਚੋਂ ਦੀ ਇਹਨਾਂ ਦੇ ਪੁਆਇੰਟ ਨੋਟ ਕਰਦਾ ਰਹਿੰਦਾ ਸੀ, ਦੇਹੜੀਆਂ 'ਚ ਬੈਠ ਕੇ ਸਾਰਾ ਕੁਝ ਵੇਖਦਾ ਰਹਿੰਦਾ ਸੀ ਕਿ ਜਥੇਦਾਰ ਨਾਲ ਜਾਂ ਸੰਤਾਂ ਮਹਾਪੁਰਖਾਂ ਨਾਲ ਕੀ ਕੁੱਤੇ ਖਾਣੀ ਹੋਣ ਲੱਗੀ ਹੈ, ਲੈ ਹੁਣ ਵੇਖ ਹੀ ਲਵਾਂ। ਤੋਂ ਇਹ ਜਿਹੜੇ ਟਕੇ ਟਕੇ 'ਚ ਵਿਕਣ ਵਾਲੇ ਲੋਕ ਨੇ, ਜ਼ਮੀਨਾਂ ਜਾਇਦਾਦਾਂ ਬਣਾਉਣ ਵਾਲੇ ਲੋਕ ਨੇ, ਇਹਨਾਂ ਨੂੰ ਧਰਮ ਨਾਲ ਕੋਈ ਸਰੋਕਾਰ ਨਹੀਂ, ਚਾਹੇ ਉਹ ਰਾਜਨੀਤੀ ਦੀ ਗੱਦੀ ਤੇ ਬੈਠੇ ਨੇ, ਚਾਹੇ ਸ਼੍ਰੋਮਣੀ ਕਮੇਟੀ ਦੀਆਂ ਗੱਦੀਆਂ ਤੇ ਬੈਠੇ ਨੇ, ਚਾਹੇ ਸੰਤ ਮਹਾਪੁਰਖ ਨੇ, ਚਾਹੇ ਅਖੌਤੀ ਜਥੇਦਾਰ ਨੇ। ਮੈਂ ਤਾਂ ਅੰਦਰ ਵੜ ਕੇ ਵੇਖਿਆ ਆ, ਇਹ ਟਕੇ ਟਕੇ ਨੂੰ ਵਿਕਣ ਵਾਲੇ ਲੋਕ ਨੇ। ਜ਼ਮੀਰ ਮਰ ਚੁੱਕੀ ਹੈ ਨਾ ਲੋਕਾਂ ਦੀ, ਜੇ ਕੁਝ ਸਬੂਤ ਦੀ ਹੁਣ ਲੋੜ ਨਹੀਂ ਰਹੀ। ਜਿਹੜੇ ਝੂਠ ਤੇ ਵੀ ਆਪਣਾ ਈਮਾਨ ਵੇਚ ਸਕਦੇ ਨੇ, ਲੰਗਰ ਦੀ ਝੂਠ ਵੀ ਖਾ ਸਕਦੇ ਨੇ, ਤੇ ਗੱਦੀਆਂ ਪਿੱਛੇ ਕਿਸੇ ਦੇ ਵੀ ਪੈਰੀਂ ਪੈ ਸਕਦੇ ਨੇ। ਹੋਰ ਸਬੂਤਾਂ ਦੀ ਕਿਹੜੀ ਲੋੜ ਰਹੇਗੀ? ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਕਿਵੇਂ ਤਾਰਿਆ ਗਿਆ? ਕਿਉਂਕਿ ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਰੌਲਾ ਪੈ ਗਿਆ ਵੀ ਇਹ ਰਾਘਵ ਚੱਡੇ ਤੇ ਮੰਗਣੀ ਤੇ ਗਿਆ, ਅਮਿਤ ਸ਼ਾਹ ਤੋਂ Z+ ਸਿਕਿਉਰਿਟੀ ਲੈਂਦਾ ਹੈ ਜਾਂ ਉਹਨਾਂ ਨਾਲ ਗੱਲਬਾਤ ਕਰਦਾ ਹੈ। ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ ਭੁੱਲ ਗਏ ਨਾ ਵੀ ਮੈਂ ਉਹਨਾਂ ਦੇ ਅੰਡਰ ਨਹੀਂ, ਮੈਂ ਤੇ ਬਾਦਲਾਂ ਦੇ ਅੰਡਰ ਆ। ਤੇ ਅੱਜ ਇਹ ਜਦੋਂ ਹਾਲਾਤ ਬਣੇ ਆ ਤੇ ਤੁਹਾਡੇ ਕੋਲ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਲਾਉਣ ਦੀ ਪ੍ਰਕਿਰਿਆ ਕੀ ਸੀ, ਉਹ ਪੁੱਛਣਾ ਚਾਹੁੰਦੇ ਆ। ਇਹ ਜੀ 1996 ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਜਗਤਾਰ ਸਿੰਘ ਜਾਚਕ ਇਹ ਕੁਝ ਸੁਧਾਰ ਕਰਨਾ ਚਾਹੁੰਦੇ ਸੀ ਆਪਣੇ ਵੱਲੋਂ, ਪਰ ਇਹਨਾਂ ਨੂੰ ਇਹ ਭੁੱਲ ਗਿਆ ਕਿ ਸਾਡੇ ਉੱਤੇ ਮੈਥੇ ਚੌਂਕ ਵਾਲੀ ਟਕਸਾਲ ਬੈਠੀ ਹੈ, ਸਾਡੇ ਉੱਤੇ ਬਾਦਲ ਪਾਰਟੀ ਬੈਠੀ ਹੈ। ਇਹਨਾਂ ਨੇ ਕੀ ਕੀਤਾ ਕਿ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਸੇਵਾ ਕਰ ਸਕਦੀਆਂ ਨੇ, ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਸਕਦੀਆਂ ਨੇ, ਉਹਨਾਂ ਨੂੰ ਰੋਕਣਾ ਮਨਮਤ ਹੈ। ਗੁਰਬਾਣੀ ਦੇ ਅਨੁਸਾਰ, ਸਿੱਖ ਪਰੰਪਰਾ ਦੇ ਅਨੁਸਾਰ ਬੀਬੀਆਂ ਨੂੰ ਰੋਕ ਨਹੀਂ ਹੋਣੀ ਚਾਹੀਦੀ। ਤੇ ਇਹਨਾਂ ਨੇ ਇਹ ਹੁਕਮਨਾਮਾ ਜਾਰੀ ਕਰਤਾ ਸਾਰੇ ਜਥੇਦਾਰਾਂ ਨੇ ਰਲ ਕੇ। ਇਹਨਾਂ ਨੂੰ ਇਹ ਨਹੀਂ ਸੀ ਪਤਾ ਅਸੀਂ ਕੇਵਲ ਕਠਪੂਤਲੀਆਂ ਹਾਂ, ਸਾਡਾ ਹੁਕਮਨਾਮਾ ਲਾਗੂ ਨਹੀਂ ਕਿਤੇ ਵੀ ਹੋ ਸਕਣਾ ਕਿਉਂਕਿ ਸਾਡੀ ਤਾਕਤ ਨਹੀਂ ਹੈ। ਪਰ ਇਹਨਾਂ ਨੂੰ ਐ ਲੱਗਦਾ ਸੀ ਕਿ ਅਸੀਂ ਏਡੇ ਵੱਡੇ ਅਹੁਦੇ ਤੇ ਬੈਠੇ ਹੋਏ ਆ। ਜਦੋਂ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਤੇ ਤੁਰੰਤ ਟਕਸਾਲ ਵਾਲੇ, ਮਹਿਤੇ ਚੌਂਕ ਵਾਲੇ ਉੱਥੇ ਪਹੁੰਚ ਗਏ। ਬਾਦਲ ਪਾਰਟੀ ਦੇ ਕੰਨਾਂ 'ਚ ਉਹਨਾਂ ਨੇ ਫੂਕ ਮਾਰੀ ਕਿ ਇੱਥੇ ਪਤਾ ਨਹੀਂ ਹੁਣ ਕੀ ਵਾਪਰ ਜਾਣਾ ਹੈ, ਜਾਂ ਤਾਂ ਇਹਨਾਂ ਨੂੰ ਲਾ ਕੇ ਪਾਸੇ ਕਰ ਦਿਓ, ਇਹ ਹੁਕਮਨਾਮਾ ਇਹਨਾਂ ਦਾ ਰੱਦ ਕਰ ਦਿਓ, ਨਹੀਂ ਤਾਂ ਇੱਥੇ ਬਹੁਤ ਕੁਝ ਹੋਰ ਵਾਪਰਨਾ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਨੇ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਕੰਨੋਂ ਪਕੜ ਕੇ ਬਾਹਰ ਕੱਢ ਦਿੱਤਾ। ਗਿਆਨੀ ਜਗਤਾਰ ਸਿੰਘ ਜਾਚਕ ਵਿਦੇਸ਼ਾਂ 'ਚ ਜਾ ਵਸਿਆ ਤੇ ਗਿਆਨੀ ਕੇਵਲ ਸਿੰਘ ਅਹੁਦੇ ਤੋਂ ਦਮਦਮਾ ਸਾਹਿਬ ਆਦਿਕ ਦਾ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਲਾਏ ਤੇ ਉਹਨੂੰ ਉਤਾਰ ਦਿੱਤਾ। ਇਸੇ ਤਰ੍ਹਾਂ ਮਨਜੀਤ ਸਿੰਘ ਨੂੰ ਉਤਾਰ ਦਿੱਤਾ। ਬਹਾਨਾ ਇਹ ਲਾਇਆ ਕਿ ਹੁਣ ਭਾਈ ਰਣਜੀਤ ਸਿੰਘ ਜਿਹੜਾ ਕਿ ਉਹ ਨਿਰੰਕਾਰੀ ਕਾਂਡ ਦੇ ਵਿੱਚ ਕਤਲ ਦਾ ਕੇਸ ਜੀ ਤੇ ਬਣਿਆ ਸੀ, ਵੀ ਉਹ ਰਿਹਾ ਹੋ ਕੇ ਹੁਣ ਆ ਗਿਆ, ਹੁਣ ਅਸੀਂ ਉਹਨੂੰ ਜਥੇਦਾਰ ਬਣਾਉਣਾ। ਤੇ ਇਹਨਾਂ ਨੂੰ ਇਸ ਤਰ੍ਹਾਂ ਬਹਾਨੇ ਲਾ ਕੇ ਸਾਰਿਆਂ ਨੂੰ ਕੱਢ ਦਿੱਤਾ। ਭਾਈ ਰਣਜੀਤ ਸਿੰਘ ਨੂੰ ਇੱਥੇ ਲਿਆ ਕੇ ਬਿਠਾ ਦਿੱਤਾ ਤੇ 1999 ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਵੀ ਕੰਨੋਂ ਪਕੜ ਕੇ ਬਾਹਰ ਮਾਰਿਆ ਜਦੋਂ ਉਹਨੇ ਆਪਣਾ ਹੁਕਮਨਾਮਾ ਉੱਥੇ ਜਾਰੀ ਕੀਤਾ ਕਿ ਸਾਰੀਆਂ ਪਾਰਟੀਆਂ ਇੱਕਮਿਕ ਰਹਿਣ, ਆਪਸ ਦੇ ਵਿੱਚ ਉਹ ਜਿਹੜਾ ਵਾਦ ਵਿਵਾਦ ਟੌੜਾ ਅਤੇ ਬਾਦਲ ਪਾਰਟੀ ਹੈ ਇਹ ਨਾ ਕਰਨ। ਹੋਰ ਬਹੁਤ ਮਹੱਤਵਪੂਰਨ ਘਟਨਾ ਪ੍ਰੋਫੈਸਰ ਮਨਜੀਤ ਸਿੰਘ ਦੇ ਜੀਵਨ ਦੇ ਨਾਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਜਿਹੜੀ ਕਿ ਇਹਨਾਂ ਦੀ ਜਥੇਦਾਰਾਂ ਦੀ ਕਿੰਨੀ ਕੁ ਅਹਿਮੀਅਤ ਹੈ ਰਾਜਨੀਤਿਕ ਲੋਕਾਂ ਦੀਆਂ ਨਜ਼ਰਾਂ 'ਚ, ਉਹਦੇ ਨਾਲ ਤੁਹਾਨੂੰ ਆਪਣੇ ਆਪ ਸਾਰਾ ਕੁਝ ਸਪਸ਼ਟ ਹੋ ਜਾਵੇਗਾ। ਉਹ ਹੈ ਕਿ ਪ੍ਰੋਫੈਸਰ ਮਨਜੀਤ ਸਿੰਘ ਨੂੰ ਵਰਤ ਕੇ ਟੌੜਾ ਚਾਹੁੰਦਾ ਸੀ ਕਿ ਮੇਰੀ ਪਾਰਟੀ ਭਾਰੂ ਹੋ ਜਾਵੇ। ਅਸਲ ਦੇ ਵਿੱਚ ਗੁਰਚਰਨ ਸਿੰਘ ਟੌੜੇ ਦੇ ਮਨ ਦੀ ਇਹ ਭੁੱਖ ਕਦੇ ਖਤਮ ਨਾ ਹੋਈ। ਉਹ ਚਾਹੁੰਦਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਜ਼ਰੂਰ ਬਣਾ ਇੱਕ ਵਾਰੀ, ਪਰ ਬਾਦਲ ਉਹਦੇ ਅੱਗੇ ਇੱਕ ਜਿਹੜਾ ਵੱਡਾ ਬਣ ਕੇ ਹਾਥੀ ਬਣ ਕੇ ਖੜਿਆ ਹੋਇਆ ਸੀ ਤੇ ਉਹ ਟੌੜੇ ਨੂੰ ਚੰਡੀਗੜ੍ਹ ਭਾਵ ਕਿ ਮੁੱਖ ਮੰਤਰੀ ਬਣਨ ਦੇ ਵਿੱਚ ਵੱਡਾ ਰੋੜਾ ਸੀ, ਨਹੀਂ ਬਣ ਦੇ ਰਿਹਾ ਸੀ। ਤਾਂ ਇੱਥੇ ਅੰਦਰ ਖਾਤੇ ਇਹਨਾਂ ਦਾ ਇੱਕ ਇਹ ਸਮਝੌਤਾ ਹੋ ਗਿਆ ਕਿ ਟੌੜਾ ਜੀ ਤੁਸੀਂ ਅੰਮ੍ਰਿਤਸਰ ਤੱਕ ਸੀਮਿਤ ਰਹੋ, ਭਾਵ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਤੁਹਾਡਾ। ਬਾਦਲ ਕਹਿਣ ਲੱਗਿਆ ਮੈਂ ਉੱਥੇ ਦਖਲ ਨਹੀਂ ਦੇਵਾਂਗਾ ਤੇ ਟੌੜੇ ਨੂੰ ਕਹਿ ਦਿੱਤਾ ਕਿ ਤੁਸੀਂ ਚੰਡੀਗੜ੍ਹ ਨਹੀਂ ਆਉਣਾ, ਭਾਵ ਕਿ ਰਾਜਨੀਤੀ 'ਚ
ਮੁੱਖ ਮੰਤਰੀ ਆਦਿਕ ਬਣਨ ਦੇ ਵਿੱਚ ਤੁਸੀਂ ਕੋਈ ਮੇਰਾ ਅੜਿੱਕਾ ਨਹੀਂ ਬਣਨਾ। ਇਹ ਸਮਝੌਤਾ ਕੁਝ ਸਮਾਂ ਹੀ ਚੱਲਿਆ, ਪਰ ਅੰਦਰ ਖਾਤੇ ਦੋਵੇਂ ਇੱਕ ਦੂਜੇ ਦੀਆਂ ਜੜ੍ਹਾਂ ਪੁੱਟਣ ਤੇ ਲੱਗੇ ਹੋਏ ਸੀ ਜੀ। ਤੇ ਭਾਈ ਮਨਜੀਤ ਸਿੰਘ ਤੱਕ ਟੌੜੇ ਨੇ ਪਹੁੰਚ ਕੀਤੀ ਕਿ ਤੂੰ ਇੱਕ ਵੱਡਾ ਸੰਮੇਲਨ, ਵੱਡਾ ਜਿਹੜਾ ਇਕੱਠ, ਉਹ ਸਾਰੇ ਸਿੱਖਾਂ ਦੀਆਂ ਜਿਹੜੀਆਂ ਰਾਜਸੀ ਜਥੇਬੰਦੀਆਂ ਨੇ ਉਹਨੂੰ ਸੱਦ ਤੇ ਸਾਰਿਆਂ ਨੂੰ ਹੁਕਮ ਦੇ, ਜਥੇਦਾਰ ਸਭ ਤੋਂ ਵੱਡਾ ਹੁੰਦਾ ਹੈ ਤੇ ਤੂੰ ਇਹਨਾਂ ਨੂੰ ਸਮਝਾ, ਨਹੀਂ ਤੇ ਹੁਕਮਨਾਮਾ ਜਾਰੀ ਕਰੀ ਕਿ ਸਾਰੇ ਇੱਕ ਹੋ ਜਾਓ, ਨਹੀਂ ਤੇ ਪੰਥ ਚੋਂ ਛੇਕ ਦਿਆਂਗਾ। ਤਾਂ ਇਹਨੇ ਬਾਦਲ ਨੂੰ ਅਤੇ ਬਾਕੀਆਂ ਸਾਰਿਆਂ ਨੂੰ ਚਿੱਠੀਆਂ ਲਿਖੀਆਂ। ਉਦੋਂ ਮੈਂ ਨਾਲ ਸੀ, ਮਨਜੀਤ ਸਿੰਘ ਦੇ 1994 ਦੀਆਂ ਗੱਲਾਂ ਨੇ ਇਹ। ਜੀ। ਤਾਂ ਬਾਦਲ ਨੇ ਪਹਿਲੀ ਵਾਰੀ ਇਹ ਜਵਾਬ ਦਿੱਤਾ, ਚਿੱਠੀ ਜਦੋਂ ਪਹੁੰਚੀ ਉਹਦੇ ਕੋਲੇ, ਕਹਿਣ ਲੱਗਿਆ ਮੈਂ ਪੰਜਾਬ ਤੋਂ ਬਹੁਤ ਦੂਰ ਬਾਹਰ ਗਿਆ ਹੋਇਆ, ਜਦੋਂ ਕਿ ਇਹ ਕੋਰਾ ਝੂਠ ਸੀ, ਬਾਹਰ ਕਿਤੇ ਨਹੀਂ ਗਿਆ ਸੀ ਜੀ। ਤੇ ਮੈਂ ਫਿਰ ਹਲੇ ਆਵਾਂਗਾ, ਜਿੰਨੀ ਛੇਤੀ ਤੁਸੀਂ ਬੁਲਾ ਰਹੇ ਹੋ ਏਡੀ ਛੇਤੀ ਮੈਂ ਹਾਜ਼ਰ ਨਹੀਂ ਹੋ ਸਕਦਾ। ਕੁਝ ਦਿਨਾਂ ਤੋਂ ਬਾਅਦ ਇਹਨੂੰ ਫਿਰ ਚਿੱਠੀ ਲਿਖੀ ਤਾਂ ਬਾਦਲ ਨੇ ਫਿਰ ਕਿਹਾ ਕਿ ਮੈਂ ਬਿਮਾਰ ਆ, ਹਾਲੀ ਮੈਂ ਆ ਨਹੀਂ ਸਕਦਾ। ਪਰ ਅੰਦਰ ਖਾਤੇ ਪ੍ਰਕਾਸ਼ ਸਿੰਘ ਬਾਦਲ ਤਿਆਰੀ ਕਰ ਰਿਹਾ ਸੀ ਆਪਣੀ ਆਉਣ ਦੀ ਕਿ ਮੈਂ ਅੰਮ੍ਰਿਤਸਰ ਪਹੁੰਚਣਾ ਕਿਵੇਂ ਹੈ। ਉਸ ਤੋਂ ਬਾਅਦ ਉਹ ਆਪਣੇ ਸਾਰੇ ਅੰਦਰ ਖਾਤੇ ਫੋਨ ਦੇ ਰਾਹੀਂ ਜਾਂ ਘਰੇਲੂ ਬੈਠਕਾਂ ਦੇ ਰਾਹੀਂ ਮਿਲ ਕੇ ਤੇ ਉਹਨਾਂ ਸਾਰੇ ਆਪਣੇ ਸੰਗੀਆਂ ਸਾਥੀਆਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਆਪਾਂ ਨੇ ਹੁਣ ਉੱਥੇ ਚੱਲਣਾ, ਪਰ ਪੂਰੀ ਤਿਆਰੀ ਕਰਕੇ ਚੱਲਣਾ। ਇਹਨਾਂ ਦਾ 50,000, ਇੱਥੇ ਕਈ 5,000 ਨਾ ਸਮਝ ਲਿਓ, 50,000 ਬੰਦਿਆਂ ਦਾ ਵੱਡਾ ਹਜੂਮ ਲੈ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਨਾਲ ਸਾਰੇ ਬਲਵਿੰਦਰ ਸਿੰਘ ਭੁੰਦੜ, ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਵੱਡੇ ਲੀਡਰ ਇਹਨਾਂ ਦੇ ਸਾਰੇ ਹਜੂਮ ਲੈ ਕੇ ਅੰਮ੍ਰਿਤਸਰ ਪਹੁੰਚ ਗਏ। ਪਰ ਕਰਮਾਂ ਦੇ ਵਿੱਚ ਖਲੋਣ ਨੂੰ ਤੇ ਬਹਿਣ ਨੂੰ ਕਿਤੇ ਥਾਂ ਨਹੀਂ ਸੀ। ਸਮਾਂ ਹਾਲਾਤ ਉਦੋਂ ਖਤਰਨਾਕ ਹੋਣ ਕਰਕੇ ਬਹੁਤ ਸਾਰੀ ਪੁਲਿਸ ਵੀ ਆਈ ਹੋਈ ਸੀ ਅੰਦਰ ਤੇ ਸਾਡੇ ਤੇ ਵੀ ਨਿਗਰਾਨੀ ਰੱਖ ਰਹੀ ਸੀ ਪੁਲਿਸ ਕਿ ਕੋਈ ਬੰਦਾ ਇੱਧਰ ਉੱਧਰ ਦੀ ਹਰਕਤ ਨਾ ਕਰੇ। ਤੇ ਉਸ ਤੋਂ ਬਾਅਦ ਅੰਦਰ ਇਹਨਾਂ ਦੀ ਸੁਖਦੇਵ ਸਿੰਘ ਢੀਂਡਸਾ ਤੇ ਪ੍ਰਕਾਸ਼ ਸਿੰਘ ਬਾਦਲ, ਬਲਵਿੰਦਰ ਸਿੰਘ ਭੁੰਦੜ ਅਤੇ ਹੋਰ ਜਿਹੜੇ ਮਹੱਤਵਪੂਰਨ ਆਗੂ ਸੀ ਇਹਨਾਂ ਦੇ ਲੀਡਰਾਂ ਦੇ, ਉਹਨਾਂ ਨੂੰ ਅੰਦਰ ਬੁਲਾ ਕੇ ਜਥੇਦਾਰ ਮਨਜੀਤ ਸਿੰਘ ਸਾਰਿਆਂ ਨੂੰ ਅਸਤੀਫੇ ਦੇਣ ਵਾਸਤੇ ਮਜਬੂਰ ਕਰ ਰਿਹਾ ਸੀ ਕਿ ਤੁਸੀਂ ਸਾਰੇ ਅਸਤੀਫੇ ਦਿਓ, ਫਿਰ ਮੈਂ ਚੁਣਾਂਗਾ ਤੁਹਾਨੂੰ ਕਿਹਨੂੰ ਪ੍ਰਧਾਨ ਬਣਾਉਣਾ ਤੇ ਕਿਹਨੂੰ ਸਕੱਤਰ ਬਣਾਉਣਾ ਤੇ ਕਿਹਨੂੰ ਖਜ਼ਾਨਚੀ ਬਣਾਉਣਾ, ਇਹ ਸਾਰਾ ਕੁਝ ਮੈਂ ਕਰਾਂਗਾ ਜੀ। ਤੇ ਬਾਦਲ ਦੇ ਬੰਦੇ ਕਹਿਣ ਲੱਗੇ ਅਸੀਂ ਨਹੀਂ ਕਰਾਂਗੇ, ਤੇਰੇ ਕੋਲੇ ਇਹ ਤਾਕਤ ਨਹੀਂ ਹੈ, ਤੂੰ ਸਾਡੇ ਅਸਤੀਫੇ ਨਹੀਂ ਮੰਗ ਸਕਦਾ। ਤੇ ਉਹ ਕਹਿਣ ਲੱਗਿਆ ਮੈਂ ਤੁਹਾਨੂੰ ਪੰਥ ਚੋਂ ਖਾਰਜ ਕਰ ਦਿਆਂਗਾ, ਤੁਹਾਨੂੰ ਅਪਮਾਨਿਤ ਕਰਾਂਗਾ, ਤੁਹਾਡੇ ਵਿਰੁੱਧ ਹੁਕਮਨਾਮਾ ਜਾਰੀ ਕਰਾਂਗਾ। ਉਸੇ ਥਾਂ ਤੇ ਅੰਦਰ ਉਹ ਭੈੜੇ, ਗੰਦੇ, ਭੱਦੇ, ਅਸ਼ਲੀਲ ਸ਼ਬਦ ਇਹਦੇ ਮਨਜੀਤ ਸਿੰਘ ਦੇ ਵਿਰੁੱਧ ਢੀਂਡਸਾ ਤੇ ਭੁੰਦੜ ਅਤੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਉਹ ਸ਼ਬਦ ਵਰਤੇ ਜਿਹੜੇ ਇੱਥੇ ਬਿਆਨ ਨਹੀਂ ਕੀਤੇ ਜਾ ਸਕਦੇ। ਜਥੇਦਾਰ ਦੇ ਵਿਰੁੱਧ, ਜਥੇਦਾਰ ਮਨਜੀਤ ਸਿੰਘ ਦੇ ਵਿਰੁੱਧ ਜੀ। ਤੇ ਇਹਨਾਂ ਨੂੰ ਖੜੇ ਹੋ ਕੇ ਇਹਨਾਂ ਨੇ ਗੁਲਾਮੀ 'ਚ ਵੀ ਹੱਥ ਪਾਇਆ। ਇਹਨਾਂ ਦੇ ਇੱਕ ਬੰਦੇ ਨੇ ਜੀ, ਇਹਨੇ ਦੇਖਿਆ ਕਿ ਮੈਨੂੰ ਤਾਂ ਹੁਣ ਮਾਰ ਪੈਣ ਲੱਗੀ ਹੈ, ਜਾਂ ਕਿੰਨੇ ਬੰਦੇ ਨੇ, ਮੈਂ ਇਕੱਲਾ ਬੈਠਾ ਤੇ ਪਤਾ ਨਹੀਂ ਕੀ ਭਾਣਾ ਵਾਪਰਨ ਲੱਗਿਆ। ਇਹ ਇੱਕਦਮ ਜਾਨ ਬਚਾ ਕੇ ਬਾਹਰ ਨੂੰ ਭੱਜਿਆ, ਖਿੱਚ ਧੂ ਕਰਦੇ ਇਹਦੇ ਕੱਪੜੇ ਪਾਟ ਗਏ, ਇਹਨੂੰ ਧੱਕੇ ਪਏ, ਇਹ ਅੱਗੇ ਜਾ ਕੇ ਡਿੱਗ ਪਿਆ। ਪਰ ਡਿੱਗਦਾ ਢਹਿੰਦਾ ਨੇੜੇ ਦੇ ਦੌੜ ਕੇ ਬਾਥਰੂਮ 'ਚ ਵੜ ਗਿਆ। ਬਾਥਰੂਮ ਦੀ ਅੰਦਰੋਂ ਕੁੰਡੀ ਲਾ ਲਈ ਤੇ ਇਹਨਾਂ ਨੇ ਬਾਹਰੋਂ ਮੁੱਕੀਆਂ ਮਾਰ-ਮਾਰ ਕੇ, ਲੱਤਾਂ ਮਾਰ-ਮਾਰ ਕੇ ਬਾਥਰੂਮ ਦਾ ਦਰਵਾਜ਼ਾ ਤੋੜਨ ਦਾ ਯਤਨ ਕੀਤਾ। ਪਰ ਇਹਨੇ ਨੂੰ ਪੁਲਿਸ ਵਾਲੇ ਸਿਕਿਉਰਿਟੀ ਗਾਰਡ ਜਿਹੜੇ ਪਹਿਲਾਂ ਹੀ ਹਾਜ਼ਰ ਸੀ, ਉਹ ਇੱਕਦਮ ਦੌੜ ਕੇ ਪਹੁੰਚੇ। ਉਹ ਇੱਕ ਕੰਧ ਬਣ ਕੇ ਬਾਥਰੂਮ ਦੇ ਅੱਗੇ ਖਲੋ ਗਏ, ਇਹਨਾਂ ਨੂੰ ਧੱਕੇ ਮਾਰ ਕੇ ਸਾਰਿਆਂ ਨੂੰ ਪਰਾਂ ਕਰਿਆ। ਇਹ ਕਿਹਾ ਕਿ ਇੱਥੇ ਗੋਲੀ ਚੱਲ ਜਾਣੀ ਹੈ। ਪੁਲਿਸ ਵਾਲਿਆਂ ਨੇ ਆਖਿਆ ਕਿ ਪਤਾ ਨਹੀਂ ਕਿੰਨੇ ਬੰਦੇ ਮਰਨੇ ਨੇ, ਨਹੀਂ ਤਾਂ ਪਿੱਛਾ ਹਟ ਜਾਓ, ਇਸ ਤਰ੍ਹਾਂ ਮਾਰਕਾਟ ਨਹੀਂ ਕਰਨੀ। ਪਹਿਲਾਂ ਇੱਥੇ ਕੀ ਕੁਝ ਹੋ ਚੁੱਕਿਆ ਦਰਬਾਰ ਸਾਹਿਬ 'ਚ, ਦੁਬਾਰਾ ਫਿਰ ਉਹੀ ਹੋ ਜਾਣਾ, ਪਿੱਛੇ ਹਟ ਜਾਓ। ਉਹ ਪਿੱਛੇ ਹਟ ਗਏ। ਇਹ 1994 ਦੀ ਘਟਨਾ, 1994 ਦੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਬਾਦਲ ਕਿਆਂ ਨੇ ਧੱਕੇ ਮਾਰੇ, ਗਾਲੀ ਗਲੋਚ ਕੀਤਾ। ਬਿਲਕੁਲ, ਉਦੋਂ ਉਹ ਅਕਾਲ ਤਖਤ ਦਾ ਜਥੇਦਾਰ ਸੀ, ਕਾਰਜਕਾਰੀ। ਪਰ ਅੱਜ ਦੇ ਅਕਾਲੀ ਤੇ ਕਹਿੰਦੇ ਨੇ ਵੀ ਸਾਡਾ ਤੇ ਜਥੇਦਾਰ ਲਾਉਣ ਵਿੱਚ ਤੇ ਕੱਢਣ 'ਚ ਕੋਈ ਕੰਮ ਹੀ ਕੋਈ ਨਹੀਂ ਹੈਗਾ। ਇਹ ਕੁਫਰ ਤੋਲ ਰਹੇ ਨੇ, ਇਹਨਾਂ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ। ਹਰ ਵਕਤ ਇਹ ਝੂਠ ਬੋਲਦੇ ਨੇ। ਜਿਹੜੇ ਬੰਦੇ ਲਿਖ ਕੇ ਬਿੱਲ ਹੋਰ ਹੈ ਤੇ ਬਿੱਲ ਹੋਰ ਬਣਾ ਦਿੰਦੇ ਨੇ, ਭਾਵ ਕਿ ਜੇ ਕਿਸੇ ਨੇ 1 ਲੱਖ ਰੁਪਈਆ ਦਿੱਤਾ, ਉਹਦਾ 101 ਵੀ ਬਣਾ ਸਕਦੇ ਨੇ ਇਹ। ਭਾਵ ਕਿ ਇਹਨਾਂ ਕੋਲੇ ਜਿਹੜੀ ਰਸੀਦ ਹੈ ਉਹਦੇ ਤੇ ਪੈਸਿਆਂ ਦੀ ਹੋਰ ਲਿਖੀ ਹੋਈ ਹੈ ਅਮਾਉਂਟ, ਤੇ ਜਿਹੜਾ ਕੱਟ ਕੇ ਰਸੀਦ ਉਸ ਸ਼ਰਧਾਵਾਨ ਨੂੰ ਦਿੱਤੀ ਹੈ, ਉਹ ਰਸੀਦ ਤੇ ਹੋਰ ਪੈਸੇ ਲਿਖੇ ਹੋਏ ਨੇ। ਇਹ ਬਹੁਤ ਕੁਝ ਹੋ ਚੁੱਕਿਆ ਹੋਇਆ ਹੈ ਜੀ ਜੀ। ਖੈਰ, ਉੱਥੇ ਜਦੋਂ ਘਸੁੰਨ ਮੁੱਕੀਆਂ ਦੇ ਪਈਆਂ ਤੇ ਪੁਲਿਸ ਵਾਲਿਆਂ ਨੇ ਮਨਜੀਤ ਸਿੰਘ ਜਥੇਦਾਰ ਨੂੰ ਬਚਾਇਆ, ਇਹਨਾਂ ਨੂੰ ਪਿੱਛੇ ਹਟਾਇਆ।
ਉਸ ਤੋਂ ਬਾਅਦ ਮਨਜੀਤ ਸਿੰਘ ਨੂੰ ਬੋਚ ਕੇ ਉਹਦੀ ਪੱਗ ਲੱਥ ਗਈ ਤੇ ਕੱਪੜੇ ਉਹਦੇ ਬਟਨ ਖੁੱਲ ਗਏ, ਗਲਾਮਾ ਪਾਟ ਗਿਆ। ਤੇ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿ ਜਥੇਦਾਰ ਜੀ ਹੁਣ ਕੀ ਕਰੋਗੇ ਇਹਨਾਂ ਦੇ ਵਿਰੁੱਧ ਕਾਰਵਾਈ, ਕਿਉਂਕਿ ਉਦੋਂ ਗੁਰਦਾਸਪੁਰ ਦੇ ਵਿੱਚ MLA ਦੀ ਇੱਕ ਚੋਣ ਹੋਣੀ ਸੀ ਤੇ ਉਹ ਚੋਣ ਬਾਰੇ ਰੌਲਾ ਪਿਆ ਸੀ ਕਿ ਬਾਦਲ ਆਪਣੇ ਬੰਦੇ ਖੜੇ ਕਰੇਗਾ ਉੱਥੇ ਤੇ ਦੂਜੇ ਨੂੰ ਜਿਹੜਾ ਗੁਰਚਰਨ ਸਿੰਘ ਟੌਹੜੇ ਦੇ ਬੰਦਿਆਂ ਨੂੰ ਮੌਕਾ ਨਹੀਂ ਦੇਵੇਗਾ। ਤੇ ਜਥੇਦਾਰ ਨੇ ਫਿਰ ਇਹ ਕਿਹਾ, ਜਦੋਂ ਪੁੱਛਿਆ ਪੱਤਰਕਾਰਾਂ ਨੇ ਕੀ ਕਰੋਗੇ, ਕਹਿਣ ਲੱਗਿਆ ਹੁਣ ਤਾਂ ਅਕਾਲ ਪੁਰਖ ਹੀ ਸਾਰਾ ਕੁਝ ਕਰੇਗਾ, ਉਹ ਜਾਣੀ ਜਾਣ ਹੈ, ਉਹ ਪਾਪੀਆਂ ਨੂੰ ਆਪ ਹੀ ਸਜ਼ਾ ਦੇਵੇਗਾ। ਤੇ ਇਹ ਬਿਲਡਿੰਗ ਅਖਬਾਰਾਂ 'ਚ ਛਪੀ ਹੋਈ ਜਥੇਦਾਰਾਂ ਦੀ, ਮੈਂ ਤੇ ਉਦੋਂ ਹਾਜ਼ਰ ਹੈਗਾ ਸੀ, ਹੋਰ ਵੀ ਬੇਅੰਤ ਲੋਕਾਂ ਨੂੰ ਪਤਾ ਹੈ, ਡਰਦੇ ਮਾਰੇ ਥਰ-ਥਰ ਕੰਬਦੇ ਨੇ। ਜਥੇਦਾਰ ਮਨਜੀਤ ਸਿੰਘ ਨੇ ਇਹ ਕਿਹਾ ਕਿ ਹੁਣ ਤਾਂ ਪ੍ਰਮਾਤਮਾ ਆਪ ਹੀ ਕਰੇਗਾ, ਫਿਰ ਲੋਕਾਂ ਨੂੰ ਉੱਲੂ ਕਿਉਂ ਬਣਾਉਣ ਲੱਗੇ ਹੋ, ਤੁਸੀਂ ਐਡੇ ਅਹੁਦੇ ਤੇ ਕਾਹਨੂੰ ਬੈਠੇ ਹੋ, ਜਿਹੜਾ ਕੋਈ ਕਰਨਾ ਪ੍ਰਮਾਤਮਾ ਆਪ ਹੀ ਕਰੀ ਜਾਵੇਗਾ। ਬਾਦਲਾਂ ਨੂੰ ਉੱਥੇ ਸੱਦਿਆ ਕਿਉਂ ਗਿਆ ਸੀ? ਉੱਥੇ ਸੱਦਿਆ ਇਸ ਕਰਕੇ ਸੀ ਕਿ ਆਪੋ ਆਪਣੇ ਅਕਾਲੀ ਦਲ ਭੰਗ ਕਰ ਦਿਓ ਤੇ ਇੱਕੋ ਅਕਾਲੀ ਦਲ ਜਿਹੜਾ ਕਿ ਪੁਰਾਣੇ ਸਮੇਂ ਚੱਲਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਹਿੰਦੇ ਸੀ, ਉਹੀ ਰਹੇਗਾ। ਤੁਹਾਡਾ ਅਕਾਲੀ ਦਲ ਬਾਦਲ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਥਕ, ਇਹ ਕਈ ਤਰ੍ਹਾਂ ਦੇ ਜਿਹੜੇ ਅਕਾਲੀ ਦਲ ਨੇ, ਇਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿਓ। 1920 ਵਾਲਾ ਅਕਾਲੀ, ਹਾਂ, ਸਾਰੇ ਖਤਮ ਕਰਵਾਉਣਾ ਚਾਹੁੰਦਾ ਸੀ, ਪਰ ਬਾਦਲ ਕਾਮਯਾਬ ਹੋ ਗਿਆ ਤੇ ਬਾਕੀ ਸਾਰੇ ਦਲ ਇਹਨੇ ਹੌਲੀ ਹੌਲੀ ਫੇਲ ਕਰ ਦਿੱਤੇ। ਫਿਰ 95-96 ਜਦੋਂ ਚੋਣਾਂ ਹੋਈਆਂ ਨੇ, ਬਾਦਲ ਪਾਰਟੀ ਜਿੱਤ ਗਈ ਤੇ ਉਦੋਂ ਭਾਵੇਂ ਕਿ ਅਮਰਿੰਦਰ ਸਿੰਘ ਮੁੱਖ ਮੰਤਰੀ ਬਾਅਦ ਦੇ ਵਿੱਚ ਬਣਿਆ, ਉਹਨੇ ਬਾਦਲ ਦੇ ਵਿੱਚ ਵੀ ਜਾ ਕੇ ਉਦੋਂ ਪਹਿਲਾਂ ਬਾਦਲ ਪਾਰਟੀ 'ਚ ਸਿੱਖਾਂ ਦੇ ਵਿੱਚ ਰਲ ਕੇ ਉਹ ਕਾਂਗਰਸ ਤੋਂ ਅਸਤੀਫਾ ਦੇ ਕੇ ਆ ਗਿਆ ਸੀ। ਪਰ ਬਾਦਲ ਨੂੰ ਪਤਾ ਸੀ ਇਹ ਵੱਡੇ ਦਰਜੇ ਦਾ ਬੰਦਾ ਹੈ, ਮੈਨੂੰ ਫੇਲ ਕਰ ਦੇਵੇਗਾ। ਉਹਨੇ ਅਮਰਿੰਦਰ ਸਿੰਘ ਨੂੰ ਵੀ ਅਪਮਾਨ ਕਰਕੇ ਅਸਤੀਫਾ ਦੇ ਕੇ ਜਾਣ ਤੇ ਮਜਬੂਰ ਕਰ ਦਿੱਤਾ ਤਾਂ ਕਿ ਮੇਰੇ ਰਾਹ ਦਾ ਰੋੜਾ ਕੋਈ ਰਹਿ ਨਾ ਜਾਵੇ। ਬਾਦਲ ਨੇ ਇਹ ਚਾਲਾਂ ਚੱਲੀਆਂ ਨੇ। ਪ੍ਰੋਫੈਸਰ ਮਨਜੀਤ ਸਿੰਘ ਤੋਂ ਬਾਅਦ ਫਿਰ ਜਿਹੜੇ ਅਗਲੇ ਜਥੇਦਾਰ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਨੂੰ ਲਾਇਆ ਗਿਆ, ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਵੀ ਫਿਰ ਜਥੇਦਾਰਾਂ ਦਾ ਜਿਹੜਾ ਸ਼ੋਸ਼ਣ ਆ ਕਹਿ ਲਈਏ ਹੁੰਦਾ ਰਿਹਾ ਜਾਂ ਨਹੀਂ? ਇੱਕ ਬਹੁਤ ਮਹੱਤਵਪੂਰਨ ਘਟਨਾ ਸਾਰੇ ਅਖਬਾਰਾਂ 'ਚ ਤਾਂ ਆਉਂਦੀਆਂ ਨੇ, ਪਰ ਆਮ ਬੰਦਾ ਅਖਬਾਰਾਂ ਨੂੰ ਸਾਂਭ ਕੇ ਨਹੀਂ ਰੱਖਦਾ ਤੇ ਆਪਾਂ ਬਿਰਤੀ ਏਦਾਂ ਦੀ ਹੈ, ਭੁੱਲ ਜਾਂਦੇ ਅਕਸਰ ਇਹਨਾਂ ਘਟਨਾਵਾਂ ਨੂੰ। ਮੇਰਾ ਸੁਭਾਅ ਹੈ, ਮੈਂ ਉਹ ਅਖਬਾਰ ਉਹ ਘਟਨਾਵਾਂ ਸਾਂਭ ਕੇ ਰੱਖਦਾ ਤੇ ਆਪਣੀ ਡਾਇਰੀ ਦੇ ਵਿੱਚ ਵੀ ਉਤਾਰ ਲੈਣਾ, ਕਿਉਂਕਿ ਮੈਨੂੰ ਲਿਖਣ ਦਾ ਤੇ ਸਟੇਜ ਤੇ ਬੋਲਣ ਦਾ ਅਭਿਆਸ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਜੀ। ਤਾਂ ਇਹ ਤਰ੍ਹਾਂ ਇੱਕ ਘਟਨਾ ਮਨਜੀਤ ਸਿੰਘ ਨੂੰ ਕਿਵੇਂ ਅਪਮਾਨਿਤ ਕਰਕੇ ਗੱਦੀ ਤੋਂ ਉਤਾਰਿਆ ਗਿਆ, ਇਹ ਤੋਂ ਅਗਲੀ ਘਟਨਾ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਮੈਂ ਸਮਝਦਾ ਜ਼ਰੂਰੀ ਹੈ। ਉਹ ਇਹ ਕਿ ਮਨਜੀਤ ਸਿੰਘ ਦੀ ਤਾਂ ਛੁੱਟੀ ਹੋ ਗਈ ਹੈ, ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਨੂੰ ਬਹੁਤ ਮਹਾਨ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਇਹਨੂੰ ਜੇਲ੍ਹ ਦੇ ਵਿੱਚੋਂ ਵੀ ਅਟਲ ਬਿਹਾਰੀ ਵਾਜਪਾਈ ਪੰਜਾਬ ਦਾ ਭਾਰਤ ਦਾ ਪ੍ਰਧਾਨ ਮੰਤਰੀ ਸੀ, ਉਹਦੀਆਂ ਸਿਫਾਰਿਸ਼ਾਂ ਪਵਾ ਕੇ ਇਹਨੂੰ ਜੇਲ੍ਹ ਚੋਂ ਰਿਹਾ ਕਰਵਾਇਆ ਗਿਆ ਭਾਈ ਰਣਜੀਤ ਸਿੰਘ ਨੂੰ, ਕਿਉਂਕਿ ਗੁਰਬਚਨ ਸਿੰਘ ਨਿਰੰਕਾਰੀ ਦੇ ਕਤਲ ਦਾ ਕੇਸ ਇਹਦੇ ਤੇ ਬਣਿਆ ਹੋਇਆ ਸੀ ਜੀ। ਖੈਰ ਇਹ ਬਾਹਰ ਆ ਗਿਆ, ਇਹਨੂੰ ਬੜੇ ਮਾਣ ਸਨਮਾਨ ਦੇ ਨਾਲ ਉੱਥੇ ਗੱਦੀ ਦੇ ਉੱਤੇ ਬਿਠਾਇਆ ਗਿਆ। ਬੜੇ ਸਰੋਪੇ, ਲੋਈਆਂ, ਜੈਕਾਰੇ, ਜਿਹਨੂੰ ਆਪਾਂ ਆਮ ਤੌਰ ਤੇ ਸ਼ਬਦਾਵਲੀ 'ਚ ਆਪਣੀ 'ਚ ਕਹਿ ਦਿੰਦੇ ਆ, ਇਹ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ ਤੇ ਗਧੇ ਤੇ ਚੜਾ ਕੇ ਵਾਪਸ ਭੇਜਦੇ ਨੇ। ਇਸੇ ਤਰ੍ਹਾਂ ਇੱਕ ਤਰ੍ਹਾਂ ਦਾ ਹਾਥੀ ਤੇ ਬਿਠਾ ਕੇ ਭਾਈ ਰਣਜੀਤ ਸਿੰਘ ਨੂੰ ਲਿਆਂਦਾ ਤੇ ਇਹ ਇੱਕ ਚਾਲ ਇਹ ਸੀ, ਕਿਉਂਕਿ ਜਿਹੜਾ ਬਿਨਾਂ ਮਾਰ ਕਾਟ ਵਾਲੇ ਰਾਹ ਤੋਂ, ਜਿਹਨੂੰ ਅਖੌਤੀ ਖਾੜਕੂ ਕਹਿੰਦੇ ਨੇ, ਖਾੜਕੂ ਪੁਣੇ ਦੇ ਰਾਹ ਤੇ ਚੱਲਣ ਵਾਲਾ ਹੀ ਉਦੋਂ ਹਾਲਾਤ ਇਹੋ ਜਿਹੇ ਸਨ, ਉਹ ਵੱਡੇ ਅਹੁਦੇ ਤੇ ਬੈਠਣਾ ਲੋਕੀ ਪ੍ਰਵਾਨ ਕਰਦੇ ਸੀ। ਜਿਹੜਾ ਸ਼ਾਂਤਮਈ ਢੰਗ ਨਾਲ ਰਹਿਣ ਵਾਲਾ, ਕੰਮ ਕਰਨ ਵਾਲਾ, ਉਹਨੂੰ ਮਨਜ਼ੂਰ ਨਹੀਂ ਸੀ ਕਰਦੇ। ਇਸ ਕਰਕੇ ਇਹਨਾਂ ਨੇ ਜਿਹੜਾ ਜਸਵੀਰ ਸਿੰਘ ਰੋਡੇ ਸੀ, ਖਾੜਕੂਆਂ ਦਾ ਮੁਖੀ ਸੀ ਅਤੇ ਅਕਾਲ ਤਖਤ ਦਾ ਜਥੇਦਾਰ ਸੀ, ਉਹਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਵੱਡਾ ਖਾੜਕੂ ਭਾਈ ਰਣਜੀਤ ਸਿੰਘ ਲਿਆਂਦਾ। ਤੇ ਹੋਰਨਾਂ ਤੇ ਤਾਂ ਇਲਜ਼ਾਮ ਬਹੁਤ ਲੱਗੇ ਹੋਏ ਸੀ ਰਣਜੀਤ ਸਿੰਘ ਤੇ, ਕਿਉਂਕਿ ਜੇਲ੍ਹ ਚਲੇ ਆ ਰਿਹਾ ਸੀ 14-15 ਸਾਲਾਂ ਤੋਂ ਤੇ ਉਹਦੇ ਤੇ ਇਲਜ਼ਾਮ ਵੀ ਕੋਈ ਨਹੀਂ ਸੀ ਮਾੜਾ, ਇਸ ਕਰਕੇ ਉਹਨੂੰ ਜਥੇਦਾਰ ਲਿਆਂਦਾ, ਬਣਾ ਦਿੱਤਾ। ਪਰ ਜਦੋਂ 1999 ਦੇ ਵਿੱਚ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਮਨਾਉਣ ਵਾਸਤੇ ਸਰਕਾਰੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਨੰਬਰ ਬਣਾਉਣ ਵਾਸਤੇ ਆਨੰਦਪੁਰ ਦੇ ਵਿੱਚ ਵੱਡਾ ਇਕੱਠ ਸੱਦ ਲਿਆ। ਭਾਰਤ ਦਾ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਹੋਰ ਬੜੇ ਲੀਡਰ ਤੇ ਬੜੇ ਵਿਦਵਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼ੈਂਬਰ, ਜਾਣੀ ਕਿ ਦੁਨੀਆ ਭਰ ਦੇ ਵਿੱਚੋਂ ਵੱਡਾ ਇਕੱਠ ਇੱਥੇ ਕੀਤਾ ਗਿਆ ਜੀ। ਉੱਥੇ ਫਿਰ ਜਿਹੜਾ ਦੋ ਪਾਰਟੀਆਂ ਬਣ ਗਈਆਂ, ਇੱਕ ਤਾਂ ਗੁਰਚਰਨ ਸਿੰਘ ਟੌਹੜਾ ਆਪਣੀ ਤਾਕਤ ਨੂੰ ਘੱਟ ਨਹੀਂ ਸੀ ਹੋਣ ਦੇਣਾ ਚਾਹੁੰਦਾ ਤੇ ਦੂਜਾ ਰਾਜਸੀ ਤਾਕਤ
ਪ੍ਰਕਾਸ਼ ਸਿੰਘ ਬਾਦਲ ਕੋਲੇ ਸੀ, ਉਹ ਆਪਣੀ ਤਾਕਤ ਛੱਡਣਾ ਨਹੀਂ ਸੀ ਚਾਹੁੰਦਾ ਵੀ ਧਾਰਮਿਕ ਵੀ ਮੇਰੇ ਕੋਲੇ ਰਹੇ। ਤਾਂ ਉਹਨਾਂ ਨੇ ਫਿਰ ਜਦੋਂ ਰਣਜੀਤ ਸਿੰਘ ਤੋਂ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਨੇ ਹੁਕਮਨਾਮਾ ਜਾਰੀ ਕਰਵਾ ਦਿੱਤਾ ਕਿ ਬਾਦਲ ਤਾਂ ਛਾਂਦਾ ਜਾ ਰਿਹਾ, ਇਹਨੂੰ ਥੋੜਾ ਬਹੁਤਾ ਥੱਲੇ ਲਾਈਏ, ਕਮਜ਼ੋਰ ਕਰੀਏ, ਤਾਂ ਟੌਹੜੇ ਦੇ ਆਖੇ ਲੱਗ ਕੇ ਭਾਈ ਰਣਜੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਮੈਂ ਤੁਹਾਨੂੰ ਹੁਕਮ ਦਿੰਨਾ, ਤੁਸੀਂ ਸਾਰੇ ਰਲ ਮਿਲ ਕੇ ਇੱਕਮਿਕ ਹੋ ਕੇ 300 ਸਾਲਾ ਖਾਲਸੇ ਦਾ ਸਾਜਨਾ ਦਿਵਸ ਮਨਾਓ। ਜਿਹੜਾ ਇਹ ਹੁਕਮ ਨੂੰ ਨਹੀਂ ਮੰਨੇਗਾ ਉਹਨੂੰ ਪੰਥ ਚੋਂ ਖਾਰਜ ਕੀਤਾ ਜਾਵੇਗਾ। ਤੇ ਤੁਰਤ ਪ੍ਰਕਾਸ਼ ਸਿੰਘ ਬਾਦਲ ਨੇ, ਟੌਹੜੇ ਨੇ ਤਾਂ ਇਹ ਗੱਲ ਸਾਰੀ ਮੰਨ ਲਈ। ਉਹ ਉਦੋਂ ਦੀਆਂ ਫੋਟੋਆਂ ਵਗੈਰਾ ਸਾਰੀਆਂ ਮੌਜੂਦ ਪਈਆਂ ਨੇ ਅਖਬਾਰਾਂ ਦੀਆਂ ਮੇਰੇ ਕੋਲੇ, ਤੇ ਮੈਂ ਸਾਰੇ ਪੁਆਇੰਟ ਨੋਟ ਕੀਤੇ ਹੋਏ ਨੇ। ਤਾਂ ਟੌਹੜੇ ਨੇ ਤਾਂ ਗੱਲ ਮੰਨ ਲਈ, ਮੈਂ ਇਕੱਠੇ ਕੰਮ ਕਰਨ ਨੂੰ ਤਿਆਰ ਹਾਂ, ਪਰ ਬਾਦਲ ਨੇ ਇਨਕਾਰ ਕਰ ਦਿੱਤਾ ਤੇ ਬਾਦਲ ਨੇ ਭਾਈ ਰਣਜੀਤ ਸਿੰਘ ਨੂੰ ਰਾਤੋਂ ਰਾਤ 1999 ਦੇ ਵਿੱਚ ਗੱਦੀ ਤੋਂ ਲਾਹ ਕੇ ਹਾਉ ਮਾਰਿਆ। ਜਿਹੜਾ ਕੱਲ ਐਡਾ ਵੱਡਾ ਸਤਿਕਾਰਯੋਗ ਆਖਿਆ ਜਾਂਦਾ ਸੀ ਰਣਜੀਤ ਸਿੰਘ, ਤੇ ਉਹਨੂੰ ਬਾਦਲ ਪਾਰਟੀ ਨੇ ਇੱਕਦਮ ਲਾ ਕੇ ਅਪਮਾਨਿਤ ਕਰ ਦਿੱਤਾ। ਲਾਉਣ ਦਾ ਕਾਰਨ ਕੀ ਸੀ? ਤੇ ਬਈ ਇਹ ਹੁਕਮਨਾਮਾ ਆਪਣਾ ਵਾਪਸ ਲੈ ਲੈ ਜੀ, ਤੇ ਮੈਨੂੰ ਇੱਕ ਹੋਣ ਵਾਸਤੇ ਤੇ ਟੌਹੜੇ ਦੇ ਨਾਲ ਰਲਣ ਵਾਸਤੇ ਤੂੰ ਹੁਕਮਨਾਮਾ ਜਾਰੀ ਕਰਨ ਵਾਲਾ ਹੁੰਦਾ ਕੌਣ ਹੈ? ਬਹਾਨਾ ਇਹ ਬਣਾਇਆ ਕਿ ਅਜੀਤ ਅਖਬਾਰ ਦੇ ਵਿੱਚ ਗੁਰੂ ਸਾਹਿਬ ਦੇ ਵਿਰੁੱਧ ਅਪਮਾਨਜਨਕ ਕੋਈ ਲੇਖ ਛਪ ਗਿਆ ਜੀ। ਤਾਂ ਭਾਈ ਰਣਜੀਤ ਸਿੰਘ ਕੋਲੇ ਉਹ ਲੇਖ ਕਿਸੇ ਨੇ ਪਹੁੰਚਾ ਦਿੱਤਾ, ਤੇ ਇਹਨੇ ਰਣਜੀਤ ਸਿੰਘ ਨੇ ਉਹ ਲੇਖ ਪੜ੍ਹ ਕੇ ਜਾਂ ਪੜ੍ਹਾ ਕੇ ਕਿਸੇ ਤੋਂ, ਤੇ ਉਹਨੂੰ ਬਰਜਿੰਦਰ ਸਿੰਘ ਹਮਦਰਦ ਨੂੰ ਚਿੱਠੀ ਲਿਖਵਾ ਦਿੱਤੀ ਕਿ ਮਾਫੀ ਮੰਗੋ ਤੇ ਨਹੀਂ ਤਾਂ ਤੁਹਾਨੂੰ ਪੰਥ ਚੋਂ ਖਾਰਜ ਕਰ ਦਿੱਤਾ ਜਾਵੇਗਾ। ਉਹਨੇ ਪਹੁੰਚ ਕੀਤੀ ਕਿਉਂਕਿ ਬਾਦਲ ਦਾ ਸੱਜਾ ਹੱਥ ਸੀ ਬਰਜਿੰਦਰ ਸਿੰਘ ਹਮਦਰਦ, ਅਜੀਤ ਅਖਬਾਰ ਦਾ ਸੰਪਾਦਕ, ਤੇ ਉਹਨੇ ਬਾਦਲ ਤੱਕ ਪਹੁੰਚ ਕੀਤੀ ਕਿ ਇਹ ਬੰਦਾ ਤਾਂ ਮੇਰੇ ਤੇ ਇਸ ਤਰ੍ਹਾਂ ਰੋਹ ਪਾ ਰਿਹਾ, ਮੈਂ ਤੈਨੂੰ ਪੰਥ ਚੋਂ ਛੇਕ ਦਿਆਂਗਾ, ਮੈਨੂੰ ਮਾਫੀ ਮੰਗਣ ਵਾਸਤੇ ਕਹਿ ਰਿਹਾ। ਤੇ ਬਾਦਲ ਕਹਿਣ ਲੱਗਿਆ ਮਾਫੀ ਮੰਗਣ ਦੀ ਲੋੜ ਨਹੀਂ ਹੈ, ਮੈਂ ਇਸੇ ਨੂੰ ਸਿੱਧੇ ਰਾਹ ਤੇ ਪਾ ਦਿਆਂਗਾ। ਇਹ ਬਹਾਨਾ ਲੈ ਕੇ ਸ਼ੋਰ ਮਚਾ ਕੇ ਟੌਹੜੇ ਵਾਲੀ ਗੱਲ ਪਾਸੇ ਰਹੇਗੀ। ਬਰਜਿੰਦਰ ਸਿੰਘ ਹਮਦਰਦ ਦਾ ਇਹ ਬਹਾਨਾ ਬਣਾ ਕੇ ਤੇ ਇਹ ਰਣਜੀਤ ਸਿੰਘ ਨੂੰ ਤੇ ਗੱਦੀ ਤੋਂ ਉਤਾਰ ਦਿੱਤਾ। ਤੇ ਉਸ ਤੋਂ ਬਾਅਦ ਰਾਤੋਂ ਰਾਤ ਭਾਈ ਪੂਰਨ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਜੀ। ਪੂਰਨ ਸਿੰਘ ਨੇ ਆਪਣੀ ਗੱਦੀ ਤੇ ਬਹਿੰਦਿਆਂ ਹੀ ਤੁਰੰਤ ਜਿਹਨਾਂ ਨੂੰ ਬਾਦਲ ਨੇ ਆਖਿਆ ਵੀ ਮੇਰਾ ਵਿਰੋਧ ਕਰਦੇ ਸੀ ਇਹ ਬੰਦੇ, ਤਾਂ ਉਹਨਾਂ ਨੂੰ ਸਾਰਿਆਂ ਨੂੰ ਪੰਥ ਚੋਂ ਛੇਕਣ ਦੇ ਹੁਕਮਨਾਮੇ ਜਾਰੀ ਕਰ ਦਿੱਤੇ। ਇੱਥੋਂ ਤੱਕ ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਕੇਵਲ ਸਿੰਘ, ਭਾਈ ਮਨਜੀਤ ਸਿੰਘ ਤੇ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਅਤੇ ਹੋਰ ਕਿੰਨੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਇਹਨੇ ਪੂਰਨ ਸਿੰਘ ਨੇ ਉਧਰ ਨਾਗਪੁਰ ਦੇ ਸਾਈਡ ਤੇ ਇਹ ਕਿਤੇ ਪ੍ਰਚਾਰ ਯਾਤਰਾ ਤੇ ਗਿਆ ਹੋਇਆ ਸੀ। ਪੂਰਨ ਸਿੰਘ ਅਕਾਲ ਤਖਤ ਦਾ ਖੌਤੀ ਜਥੇਦਾਰ, ਇਹਨੇ ਉਧਰੋਂ ਹੀ ਫੈਕਸਾਂ ਦੇ ਰਾਹੀਂ ਚਿੱਠੀਆਂ ਲਿਖ ਕੇ ਉਹ ਭੇਜ ਦਿੱਤੀਆਂ ਅਖਬਾਰਾਂ ਨੂੰ, ਤੇ ਆ ਵੀ ਛੇਕਿਆ ਕਿੰਨੇ ਸਾਰੇ ਬੰਦੇ ਨੇ ਪੰਥ ਚੋਂ ਛੇਕ ਦਿੱਤੇ। ਤੇ ਜਦੋਂ ਇਹ ਬਹੁਤਾ ਹੀ ਸਿਰ ਚੜ ਗਿਆ, ਸੂਤਨਾ ਆਇਆ, ਤੇ ਬਾਦਲ ਪਾਰਟੀ ਨੇ ਫਿਰ ਇਹਨੂੰ ਵੀ ਲਾ ਕੇ ਆਉ ਮਾਰਿਆ 3 ਮਹੀਨਿਆਂ ਦੇ ਅੰਦਰ ਅੰਦਰ। ਫਿਰ ਜੋਗਿੰਦਰ ਸਿੰਘ ਬਦੰਤੀ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਲਿਆ ਵੀ ਜੇ ਤੂੰ ਸਾਡੇ ਕਹਿਣੇ ਦੇ ਮੁਤਾਬਕ ਨੀਵੀਂ ਪਾ ਕੇ ਕੰਮ ਕਰਦਾ ਰਿਹਾ ਠੀਕ ਹੈ, ਨਹੀਂ ਤਾਂ ਤੇਰੇ ਨਾਲ ਵੀ ਇਹੋ ਹੀ ਕੁੱਤੇ ਖਾਣੀ ਹੋਣੀ ਹੈ। ਯਾਦ ਰੱਖੀ, ਅਸੀਂ ਕਦੇ ਵੀ ਤੈਨੂੰ ਕੰਨੋਂ ਪਕੜ ਕੇ ਬਾਹਰ ਕੱਢ ਸਕਦੇ ਹਾਂ। ਫਿਰ ਉਹ ਨੀਵੀਂ ਪਾ ਕੇ ਉਨੀ ਦੇਰ ਤੱਕ ਕੰਮ ਕਰਦਾ ਰਿਹਾ ਜਿੰਨੀ ਦੇਰ ਤੱਕ ਬਾਦਲ ਪਾਰਟੀ ਨੂੰ ਚੰਗਾ ਲੱਗਿਆ। ਉਸ ਤੋਂ ਬਾਅਦ ਗੁਰਬਚਨ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਜੀ ਜੀ। ਦਰਸ਼ਕ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਥੇਦਾਰਾਂ ਨੂੰ ਧੱਕੇ ਮਾਰੇ ਜਾਂਦੇ ਨੇ, ਉਹਨਾਂ ਦੇ ਵਸਤਰ ਪਾੜੇ ਜਾਂਦੇ ਨੇ, ਗਾਲੀ ਗਲੋਚ ਤੱਕ ਕੀਤਾ ਜਾਂਦਾ ਹੈ, ਪੱਗਾਂ ਤੱਕ ਲਾ ਦਿੱਤੀਆਂ ਜਾਂਦੀਆਂ ਨੇ। ਇਹ ਘਟਨਾ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ 1994 ਦੀ ਅੱਖੀ ਦੇਖਿਆ ਹਾਲ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਅੱਜ ਜਥੇਦਾਰ ਭਾਵੇਂ ਵੱਖਰੀ ਗੱਲ ਹੈ ਕਿ ਉਹ ਕਹੀ ਜਾਣ ਕਿ ਅਸੀਂ ਆਜ਼ਾਦ ਹਸਤੀਆਂ, ਪਰ ਆਜ਼ਾਦ ਨਹੀਂ, ਉਹ ਇੱਕ ਪਰਿਵਾਰ ਦੇ ਅੰਡਰ ਚੱਲਦੇ ਨੇ। ਔਰ ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਜਿਹੜੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਜੀ ਸਾਡਾ ਤੇ ਅਸੀਂ ਤੇ ਸ਼ਰਧਾਵਾਨ ਸਿੱਖਿਆ, ਇਹ ਸ਼ਰਧਾਵਾਨ ਨਹੀਂ, ਅਸਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੋਰਾ ਲਾਉਣ ਵਿੱਚ, ਲੁੱਟਣ ਵਿੱਚ ਤੇ ਉਹਦਾ ਜਿਹੜਾ ਦੁਨੀਆ ਦੇ ਵਿੱਚ ਅਮੇਜ ਖਤਮ ਕਰਨ ਵਿੱਚ ਇਹਨਾਂ ਲੋਕਾਂ ਨੇ ਸਭ ਤੋਂ ਵੱਧ ਰੋਲ ਅਦਾ ਕੀਤਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।